खालसा वाहिगुरु जी की फतेह। सतगुरां दी पावन गोद विच अत्यंत शरधा ते प्रेम दे नाल संध्या दे दीवाना विच आप जी जुड़ बैठे हो। भागा भरिया समा गुरु कृपा सदका प्राप्त होया है। आओ इन्हां कड़ियां नूं सफलियां बनाइए। गुर इतिहास दे पावन प्रसंगां दे विचों कल दे दीवाना विच आप जी ने सरवण कीता सी। धन धन साहिब श्री गुरु नानक देव जी महाराज अते नारद मुनि जी दे विच कोई विचार गोष्ठी जिस विच उन्हां ने नाम दी महिमा सतगुरां दी वडियाई कीती। फिर हाथ जोड़ के आखिया महाराज मेरी पत्नी कला नूं बख्श लो। गुरु नानक साहब महाराज आखण लगे भाई 6वें जामे विच अते 10वें जामे विच जंग युद्ध करांगे, फिर इहनूं उस वेले इहदा भोजन प्राप्त हो जाएगा। सतगुरां तों इह बचन लैके बड़े प्रसन्न होए। आग्या लैके अपनी नगरी चले गए। इन्हां सारे प्रकरणां नूं आप जी ने बड़े विस्तार सहित सरवण कीता है। आओ कुछ समा मन चित बिरतियां नूं एकाग्र चित बनाइए। पाओ प्रेम दी सांझ। आसीस बख्शो गज बज के आखो जी सतनाम श्री वाहिगुरु साहिब जी। सतनाम श्री वाहिगुरु साहिब जी। अपरज सिख सरोता तह बैसे सुन कर प्रश्न कियो तह ऐसे। जदों गुरु नानक साहब जी दी ये पावन कथा भाई बाला जी खडूर साहब दी पावन धरती ते गुरु अंगद दे पातशाह जी दे दरबार विच बैठ के सुना रहे ने। दीन दुनिया दे मालिक दूजे पातशाह बड़े प्यार विच मुहब्बत विच भेज के इस कथा दा आनंद मान रहे ने। हुण जिन्ने भी श्रोते बैठे ने जिन्हां विचों ब्रह्म ज्ञानी सिख बाबा बुड्ढा जी, सतगुरां दे लांगरी सिख भाई जीवा जी, भाई धिंगा नाई ते भाई पैड़ा जी वर्गे गुरमुख, पारो जुलका वर्गियां रब्बी रूहां जदों दरबार विच बैठियां ने उन्हां दे मन विच एक फुरना उठिया भी नाम दी महिमा दा जिक्र नारद मुनि जी ने सतयुग तो कीता है, फिर नाम कलयुग विच प्रधान क्यों? प्रधानगी ते तां होवे ना भी जे सतयुग द्वापर ते त्रेते विच कोई नाम नहीं जपदा ते हुण नाम जपना है। पहलियां युगां विच भी सिमरन कीता जांदा सी, बंदगी कीती जांदी सी, पर इस कलयुग विच ही इहनूं प्रधानता क्यों मिली? जग्यासुआं दे अंदर कथा सुनन वाले श्रोतियां दे मन विच सवाल आया। उन्हां गुरु अंगद दे पातशाह नूं बेनती कीती महाराज कृपा करके
ਸਾਡੇ ਅੰਦਰ ਜੋ ਸ਼ੰਕਾ ਪ੍ਰਗਟ ਹੋਇਆ ਇਹਨੂੰ ਨਿਵਰਤ ਕਰ ਦਿਓ। ਨਾਰਦ ਮੁਨੀ ਉਸਤਤ ਗੁਰੂ ਭਾਖੀ, ਮਹਿਮਾ ਨਾਮ ਚਤੁਰ ਜੁਗ ਰਾਖੀ। ਹੁਣ ਨਾਰਦ ਮੁਨੀ ਜੀ ਨੇ ਜਿੱਥੇ ਮਹਿਮਾ ਕੀਤੀ ਆ ਉਹਨਾਂ ਜੁਗਾਂ ਦੀ, ਉਹਨਾਂ ਧਰਮਾਂ ਦੀ, ਉਹਨਾਂ ਲੋਕਾਂ ਦੀ ਜੋ ਧਰਮ ਨਾਲ ਜੁੜੇ ਸਨ, ਉਹ ਨਾਲ ਨਾਲ ਨਾਮ ਦਾ ਜ਼ਿਕਰ ਕਰਦੇ ਰਹੇ, ਨਾਮ ਦੀ ਮਹਿਮਾ ਕਰਦੇ ਰਹੇ। ਵੀ ਜਦੋਂ 4 ਯੁੱਗਾਂ ਵਿੱਚ ਨਾਮ ਦੀ ਮਹਿਮਾ ਸੀ, ਪਰਮੇਸ਼ਰ ਦੇ ਨਾਮ ਦੀ ਮਹਿਮਾ, ਤੇ ਫਿਰ ਉਹਨਾਂ ਯੁੱਗਾਂ ਦੇ ਵਿੱਚ ਸਾਰੇ ਲੋਕ ਨਾਮ ਕਿਉਂ ਨਹੀਂ ਜਪ ਸਕੇ? ਇਹ ਬੜਾ ਵੱਡਾ ਸਵਾਲ ਸੀ। ਜਗਿਆਸੂ ਉਹ ਹੈ ਜੋ ਅੰਦਰ ਕੁਝ ਜਾਣਨ ਦੀ, ਕੁਝ ਸਿੱਖਣ ਦੀ ਜਗਿਆਸਾ ਰੱਖਦਾ ਹੈ। ਗੁਰੂ ਅੰਗਦ ਦੇ ਪਾਤਸ਼ਾਹ ਸੁਣ ਕੇ ਬੜੇ ਖੁਸ਼ ਹੋਏ, ਆਖਣ ਲੱਗੇ ਸਿੱਖੋ ਸਾਨੂੰ ਉਮੀਦ ਸੀ ਤੁਸੀਂ ਇਹ ਜ਼ਰੂਰ ਜਾਣਨਾ ਚਾਹੋਗੇ। ਤੁਹਾਡੇ ਅੰਦਰ ਜਾਣਨ ਦੀ ਚਾਹਤ ਹੈ। ਤਾਂ ਮੈਂ ਅਰਥ ਲਿਖਾਇਓ ਐਸੇ, ਬਿਨਾ ਨਾਮ ਕੇ ਮੁਕਤ ਨ ਕੈਸੇ। ਪਰ ਇਹ ਗੱਲ ਨਾਲ ਨਾਲ ਹੈ ਵੀ ਜਦੋਂ ਜਪ, ਤਪ, ਸੰਜਮ ਸਾਰਾ ਕੁਝ ਹੀ ਕਰਦੇ ਰਹੇ ਲੋਕ, ਫਿਰ ਇਹ ਗੱਲ ਨਾਲ ਨਾਲ ਚੱਲਦੀ ਰਹੀ ਹੈ ਵੀ ਨਾਮ ਤੋਂ ਬਿਨਾ ਮੁਕਤੀ ਨਹੀਂ। ਸਪਸ਼ਟ ਗੱਲ ਹੈ। ਜੋ ਸਿੱਖ ਪੁੱਛਣਾ ਚਾਹੁੰਦੇ ਆ ਵੀ ਜੇ ਨਾਮ ਜਪਣਾ ਅਤ ਜ਼ਰੂਰੀ ਹੈ, ਫਿਰ ਜਪ ਤਪ ਸੰਜਮ ਦੀ ਲੋੜ ਕੀ ਹੈ? ਦਾਨ ਪੁੰਨ ਇਹਨਾਂ ਚੀਜ਼ਾਂ ਦੀ ਜ਼ਰੂਰਤ ਕੀ ਸੀ? ਜਦੋਂ ਨਾਮ ਵੱਡਾ ਹੈ, ਨਾਮ ਜਪਣ ਵਾਲਾ ਨਾਮੀ ਰੱਬ ਦਾ ਰੂਪ ਹੋ ਜਾਂਦਾ ਹੈ, ਤੇ ਬਾਕੀ ਚੀਜ਼ਾਂ ਦੇ ਵਾਸਤੇ ਲੋਕਾਂ ਸਮਾਂ ਕਿਉਂ ਖਰਾਬ ਕੀਤਾ? ਕੋਈ ਤਪੱਸਿਆ ਕਰੀਦਾ, ਕੋਈ ਕਠੋਰ ਤਪ ਕਰਦਾ ਸੀ। ਇਹ ਭਾਵ ਹੈ ਸਿੱਖਾਂ ਦੇ ਅੰਦਰ ਪੁੱਛਣ ਦਾ। ਗੁਰੂ ਸਾਹਿਬ ਕਹਿੰਦੇ ਸਾਨੂੰ ਖੁਸ਼ੀ ਹੋਈ ਤੁਹਾਡੇ ਅੰਦਰ ਇਹ ਦੀਰਘ ਦ੍ਰਿਸ਼ਟੀ ਹੈ, ਤੁਸੀਂ ਹਰ ਗੱਲ ਦੀ ਤਹਿ ਤੇ ਜਾ ਰਹੇ ਹੋ, ਕਿਉਂਕਿ ਉਹਨਾਂ ਸੁਣਿਆ ਵੀ ਨਾਰਦ ਮੁਨੀ ਰੱਬ ਦੇ ਨਾਮ ਦੀ ਮਹਿਮਾ ਕਰ ਰਹੇ ਆ। ਅੱਜ ਵੀ ਗੁਰੂ ਨਾਨਕ ਸਾਹਿਬ ਦੇ ਸਨਮੁਖ ਬੈਠ ਕੇ ਉਹ ਪ੍ਰਮਾਤਮਾ ਦੀ ਸਿਫਤ ਕਰਦੇ ਆ। ਫਿਰ ਪੁਰਾਣੇ ਯੁੱਗਾਂ 'ਚ ਲੋਕਾਂ ਨੂੰ ਸਮਝ ਕਿਉਂ ਨਹੀਂ ਆਈ ਵੀ ਨਾਮ ਜਪਣਾ ਜ਼ਰੂਰੀ ਹੈ? ਇਹ ਖਿਆਲ ਸੀ ਸਿੱਖਾਂ, ਜੋ ਬੜਾ ਗਹਿਰਾ ਏ, ਜੋ ਇੱਕ ਜਵਾਬ ਮੰਗਦਾ ਏ। ਜੇ ਗਤ ਦੇਨ ਨ ਸਮਰਥ ਦੂਜਾ, ਕਿਉਂ ਤਬ ਕਹੇ ਜੋਗ ਜਗ ਪੂਜਾ। ਗੁਰੂ ਅੰਗਦ ਦੇ ਪਾਤਸ਼ਾਹ ਕਹਿੰਦੇ ਭਾਈ ਇਸ ਸਵਾਲ ਦਾ ਜਵਾਬ ਵੀ ਮਹਾਂਪੁਰਖ ਭਾਈ ਬਾਲਾ ਜੀ ਦੇਣਗੇ, ਜਿਨ੍ਹਾਂ ਇੰਨੀ ਪਿਆਰੀ ਕਥਾ ਸੁਣਾਈ ਹੈ, ਗੁਰੂ ਨਾਨਕ ਸਾਹਿਬ ਜੀ ਦਾ ਸੰਗ ਸਾਥ ਦਿੱਤਾ ਏ। ਸਿੱਖਾਂ ਦਾ ਸਵਾਲ ਸੀ ਜੇ ਨਾਮ ਦੀ ਮਹਿਮਾ ਵੱਡੀ ਹੈ, ਫਿਰ ਜਪ ਤਪ ਅਤੇ ਯੋਗ ਇਹ ਕਰਨ ਦੀ ਕੀ ਲੋੜ ਸੀ? ਕਿਉਂਕਿ ਜ਼ਿਆਦਾਤਰ ਯੋਗੀਆਂ ਨੇ ਯੋਗ ਕਮਾਇਆ। ਸਤਯੁਗ ਦੁਆਪਰ ਤ੍ਰੇਤੇ ਵਿੱਚ ਲੋਕ ਦਾਨੀ ਸਨ, ਪੁੰਨੀ ਸਨ, ਪਰ ਨਾਮ ਘੱਟ ਜਪਦੇ ਸੀ। ਨਾਮ ਜਪਣ ਵਾਲੀਆਂ ਉਦੋਂ ਵਿਰਲੀਆਂ ਰੂਹਾਂ ਸੀ, ਕੋਈ ਜੰਗਲਾਂ ਵਿੱਚ ਬਹਿ ਕੇ ਜਪਦਾ, ਕੋਈ ਪਹਾੜਾਂ ਵਿੱਚ, ਕਿਉਂਕਿ ਉਦੋਂ ਗ੍ਰਸਥ ਧਰਮ ਦਾ ਕੋਈ ਮਾਹੌਲ ਨਹੀਂ ਸੀ। ਜ਼ਿਆਦਾਤਰ ਰੱਬ ਦੀ ਪ੍ਰਾਪਤੀ ਵਾਸਤੇ ਲੋਕ ਜੰਗਲਾਂ ਨੂੰ ਜਾਂਦੇ ਸੀ। ਤਾਈਓ ਫਿਰ ਬਾਣੀ ਨੇ ਚੋਟ ਮਾਰ ਕੇ ਆਖਿਆ ਕਾਹੇ ਰੇ ਬਨ ਖੋਜਨ ਜਾਈ, ਸਰਵ ਨਿਵਾਸੀ ਸਦਾ ਅਲੇਪਾ ਤੋਹੀ, ਸੰਗ ਨਿਵਾਸ ਵਾਹੀ। ਤੇਰੇ ਅੰਦਰ ਪਰਮਾਤਮਾ ਵਸਦਾ, ਤੂੰ ਜੰਗਲਾਂ 'ਚ ਕਿਉਂ ਤੁਰਦਾ ਫਿਰਦਾ? ਪਰ ਇੱਥੇ ਕਰਵਾਇਤ ਬੜੀ ਹੋਈ ਸੀ। ਇਹ ਸਵਾਲ ਬੜਾ ਗਹਿਰਾ ਸੀ। ਸਿੱਖਾਂ ਨੇ ਉਹ ਪਕੜ ਲਿਆ ਵੀ ਨਾਮ ਦੇ ਨਾਲ ਨਾਲ ਜਪ ਤਪ ਅਤੇ ਯੋਗ ਲੋਕਾਂ ਕਿਉਂ ਕਮਾਇਆ ਏ। ਤ੍ਰੈ ਯੁਗ ਵਿਖੇ ਨਾਮ ਕੀ ਸੰਗਾ, ਦੁਤੀਆ ਉਪਾਏ ਕਹੇ ਸਰਬੰਗਾ। ਕਿਰਪਾ ਕਰਕੇ ਇਸ ਗੱਲ ਦਾ ਜਵਾਬ ਦਿਓ ਵੀ ਜਦੋਂ ਨਾਮ ਵੱਡਾ ਹੈ, ਇਹ 'ਚ ਕੋਈ ਸ਼ੱਕ ਨਹੀਂ, ਰੱਬ ਨਾਲੋਂ ਰੱਬ ਦਾ ਨਾਮ ਵੱਡਾ ਹੈ। ਪਰਮੇਸ਼ਰ ਦੀ ਸਿਫਤ ਉਹ ਤੋਂ ਵੱਡੀ ਹੈ, ਮੰਨਣ ਵਾਲੇ ਮੰਨਦੇ ਆ। ਫਿਰ ਇਹ ਐਡੀਸ਼ਨਲ ਚੀਜ਼ਾਂ ਕਿਉਂ? ਯੋਗ ਕਮਾਉਣ ਦੀ ਲੋੜ ਕੀ ਸੀ? ਦਾਨ ਦੇ ਚੱਕਰਾਂ 'ਚ ਲੋਕੀ ਕਿਉਂ ਪਏ ਰਹੇ? ਕਿਉਂਕਿ ਕਲਯੁਗ ਵਿੱਚ ਵੀ ਦੁਨੀਆ ਨਾਮ ਜਪਦੀ ਹੈ, ਤੇ ਉਦੋਂ ਵੀ ਜਪਦੇ ਸੀ। ਜਪਣ ਵਾਲੇ ਤੇ ਜਪ ਹੀ ਰਹੇ ਸੀ ਨਾ। ਉਦੋਂ ਪਾਪ ਕਰਨ ਵਾਲੇ ਅੱਜ ਵੀ ਪਾਪ ਕਰਦੇ ਆ, ਬੰਦਗੀ ਵਾਲੇ ਅੱਜ ਵੀ ਬੰਦਗੀ ਕਰਦੇ। ਗੁਰੂ ਨਾਨਕ ਸਾਹਿਬ ਮਹਾਰਾਜ ਜਿਨ੍ਹਾਂ ਦੇ ਨਾਲ ਰਹਿ ਕੇ ਭਾਈ ਬਾਲਾ ਜੀ ਨੇ ਆਪਣਾ ਜੀਵਨ ਵੀ ਕਮਾਇਆ ਹੋਇਆ ਹੈ, ਰੱਬ ਨਾਲ ਰਹਿ ਕੇ ਰੱਬ ਦਾ ਰੂਪ ਹੋ ਗਏ। ਉਹ ਇਹਨਾਂ ਸਵਾਲਾਂ ਨੂੰ ਸੁਣ ਕੇ ਬੜੇ ਪ੍ਰਸੰਨ ਹੋਏ। ਕਹਿੰਦੇ ਸਿੱਖੋ ਮੈਨੂੰ ਉਮੀਦ ਸੀ ਤੁਸੀਂ ਪੁੱਛੋਗੇ ਜ਼ਰੂਰ, ਕਿਉਂਕਿ ਇਹ ਰੱਬ ਦੇ ਨਾਮ ਦੀਆਂ ਰੰਗੀਆਂ ਰੂਹਾਂ ਨੇ। ਇਹ ਉਹ ਸਿੱਖ ਨੇ ਜਿਨ੍ਹਾਂ ਨੂੰ ਬ੍ਰਹਮ ਗਿਆਨੀ ਦੇ ਖਿਤਾਬ ਮਿਲੇ ਨੇ।
फल में केवल नाम बखाना, ਸਿਮਰਨ ਤੇ ਗਤ ਦੇ ਜਹਾਨਾ। ਪਰ ਇੱਕ ਸਿੱਖ ਦਾ ਸਵਾਲ ਸੀ ਭਾਈ ਜੀਵਾ ਜੀ ਦਾ, ਕਹਿੰਦੇ ਕਲਯੁਗ ਦੇ ਸਮੇਂ ਦੇ ਵਿੱਚ ਕੇਵਲ ਤੇ ਕੇਵਲ ਇੱਕ ਨਾਮ ਮੁਕਤੀ ਦੇ ਸਕਦਾ ਹੈ, ਯੋਗ ਕਮਾਈ ਚੱਲੋ ਮੁਕਤ ਨਹੀਂ ਹੋ ਸਕਦੇ। ਇਸ ਯੁੱਗ ਵਿੱਚ ਸ਼ੋਭਾ ਨਾਮ ਕੀ, ਸਿਰਫ ਨਾਮ ਦੀ ਸ਼ੋਭਾ ਹੈ, ਨਾਮ ਦੀ ਵਡਿਆਈ ਹੈ। ਜੇ ਅੱਜ ਕੋਈ ਘੋਰ ਤਪ ਕਰਦਾ ਹੈ, ਭਾਵੇਂ ਉਹ 40 ਦਿਨਾਂ ਦਾ ਕਰੇ ਜਾਂ 40 ਸਾਲਾਂ ਦਾ, ਉਸ ਤਪ ਦਾ ਕੋਈ ਫਾਇਦਾ ਹੈ ਨਹੀਂ। ਸਿਮਰਨ ਭਾਵੇਂ ਇੱਕ ਘੜੀ ਵਿੱਚ ਕੀਤਾ ਜਾਵੇ, ਉਹਦਾ ਵੀ ਬੜਾ ਵੱਡਾ ਲਾਭ ਹੈ। ਇੱਕ ਘੜੀ, ਇੱਕ ਸੈਕਿੰਡ ਵੀ ਕਰ ਲਏ ਕੋਈ। ਹੁਣ ਇਹ ਸਵਾਲ ਵੀ ਸਿੱਖਾਂ ਦੇ ਨਾਲ ਦੀ ਨਾਲ ਹੀ ਕੀਤਾ ਹੈ ਵੀ ਕਿਰਪਾ ਕਰਕੇ ਦੱਸੋ ਵੀ ਹੁਣ ਤੇ ਮੁਕਤੀ ਨਾਮ ਨਾਲ ਹੋ ਰਹੀ ਹੈ, ਉਦੋਂ ਲੋਕ ਜਪਦੇ ਸੀ, ਉਦੋਂ ਮੁਕਤ ਕਿਉਂ ਨਹੀਂ ਸੀ? ਸਵਾਲ ਬੜਾ ਵੱਡਾ ਹੈ। ਸਿਮਰਨ ਅੱਜ ਵੀ ਕਰ ਰਹੇ ਆ, ਸਿਮਰਨ ਸਤਯੁਗ ਵਿੱਚ ਵੀ ਹੋਇਆ, ਦੁਆਪਰ ਤ੍ਰੇਤੇ ਵਿੱਚ ਵੀ ਹੋਇਆ, ਉਦੋਂ ਇੰਨੇ ਲੋਕ ਮੁਕਤ ਕਿਉਂ ਨਹੀਂ ਹੋਏ ਜਿੰਨੇ ਹੋਣੇ ਚਾਹੀਦੇ ਸੀ? ਕਿਉਂਕਿ ਨਾਮ ਜਪਣ ਦੀ ਕੋਸ਼ਿਸ਼ ਹਰ ਕੋਈ ਕਰਦਾ ਸੀ। ਕੋਈ ਹਰੀ ਹਰੀ ਜਪਦਾ ਸੀ, ਕੋਈ ਰਾਮ ਰਾਮ ਜਪਦਾ ਸੀ, ਕੋਈ ਵਾਸਦੇਵ ਜਪਦਾ ਸੀ। ਸਭ ਨੇ ਪਰਮਾਤਮਾ ਨੂੰ ਆਰਾਧਿਆ ਏ। ਸਰੋਤਨ ਕੋ ਸੁਣ ਪ੍ਰਸ਼ਨ ਬਿਸਾਲਾ, ਉਤਰ ਕਹਿਤ ਭਇਓ ਤਬ ਬਾਲਾ। ਭਾਈ ਬਾਲਾ ਜੀ ਨੇ ਸਤਿਗੁਰਾਂ ਤੋਂ ਆਗਿਆ ਮੰਗੀ, ਸੱਚੇ ਪਾਤਸ਼ਾਹ ਜੀ ਆਪ ਜੀ ਦਾ ਹੁਕਮ ਹੋਵੇ ਤੇ ਜਵਾਬ ਦੇ ਦਈਏ, ਕਿਉਂਕਿ ਹਜ਼ੂਰੀ ਗੁਰੂ ਪਾਤਸ਼ਾਹ ਦੀ ਹੈ। ਸਤਿਗੁਰਾਂ ਦੀ ਆਗਿਆ ਤੋਂ ਬਗੈਰ ਸਿੱਖ ਕੋਈ ਕਰਮ ਨਹੀਂ ਕਰਦਾ। ਗੁਰੂ ਅੰਗਦ ਦੇਵ ਮਹਾਰਾਜ ਨੇ ਮੁਸਕਰਾ ਕੇ ਇਸ਼ਾਰਾ ਕੀਤਾ, ਕਿਉਂਕਿ ਸਤਿਗੁਰ ਜੀ ਸਰੋਤਿਆਂ ਦੇ ਵਾਂਗ ਸੁਣਦੇ ਨੇ, ਕਦੇ ਨਹੀਂ ਮਾਣ ਵਿਖਾਇਆ ਸੀ ਗੁਰੂਆਂ ਸੀ ਤੇ ਗੁਰੂ ਨਾਨਕ ਦਾ ਰੂਪ ਆ, ਤੇ ਸਾਨੂੰ ਕੀ ਲੋੜ ਹੈ ਕਥਾ ਸੁਣਨ ਦੀ? ਕਥਾ ਹੀ ਤੇ ਵੱਡੀ ਹੈ। ਜਿਸ ਦਿਨ ਕਥਾ ਗੁਰੂ ਦੀ ਸੁਣਦੇ ਸੁਣਦੇ ਜੀਵਨ ਵੱਡਾ ਹੋ ਗਿਆ, ਉਸ ਦਿਨ ਸਮਝ ਆਉਣੀ ਸਾਡਾ ਗੁਰੂ ਕੌਣ ਹੈ, ਸਿੱਖ ਕੌਣ ਹੈ, ਤੇ ਗੁਰੂ ਪਾਤਸ਼ਾਹ ਨੇ ਸਾਡੇ ਲਈ ਕੀ ਕੁਝ ਕੀਤਾ। ਜਦੋਂ ਗੁਰੂ ਬਾਬਾ ਜੀ ਨੇ ਇਸ਼ਾਰਾ ਕਰ ਦਿੱਤਾ, ਭਾਈ ਬਾਲਾ ਜੀ ਨੇ ਫੇਰ ਲਾਇਆ ਚੌਂਕੜਾ, ਨੇਤਰ ਕੀਤੇ ਨੇ ਬੰਦ, ਦੋਨੋਂ ਹੱਥ ਜੋੜ ਕੇ ਉਸ ਬਿਸਮਾਦ ਰੰਗ ਵਿੱਚ ਭਿੱਜ ਕੇ ਉਹਨਾਂ ਫਿਰ ਜਵਾਬ ਦੇਣੇ ਸ਼ੁਰੂ ਕੀਤੇ। ਸੁਣਿਓ ਸਿੱਖ ਸਤਿਗੁਰ ਕੀ ਪਿਆਰੇ, ਜੋ ਮੈਂ ਸੁਣੀ ਸੋ ਕਹਾਂ ਉਚਾਰੇ। ਪਹਿਲਾ ਬਚਨ ਸੀ, ਸੁਣੋ ਗੁਰੂ ਦੇ ਪਿਆਰੇ ਸਿੱਖੋ, ਮੈਂ ਉਹ ਹੀ ਸੁਣਾਵਾਂਗਾ ਜੋ ਮੇਰੇ ਸਤਿਗੁਰਾਂ ਨੇ ਮੈਨੂੰ ਦੱਸਿਆ ਤੇ ਸਿਖਾਇਆ ਹੈ। ਮੈਂ ਆਪਣੀ ਮੱਤ ਤੇ ਆਪਣੇ ਗਿਆਨ ਦਾ ਘੋਟਾ ਨਹੀਂ ਲਾਉਣਾ, ਮੈਂ ਆਪਣੀ ਸਮਝ ਦੇ ਮੁਤਾਬਕ ਤੁਹਾਨੂੰ ਨਹੀਂ ਦੱਸਣਾ। ਮੈਂ ਉਹ ਹੀ ਦੱਸਾਂਗਾ ਜੋ ਮੈਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਕੋਲੋਂ ਨਾਲ ਰਹਿ ਕੇ ਸਿੱਖਿਆ ਏ। ਵੈ ਨਰ ਕੋ ਭਾਸੁਰ ਅਪਾਰਾ, ਏਕ ਰੰਗ ਇੱਕ ਧਨੀ ਉਦਾਰਾ। ਉਹਨਾਂ ਫਿਰ ਇੱਕ ਪ੍ਰਮਾਣ ਦਿੱਤਾ ਭਾਈ ਬਾਲਾ ਜੀ ਨੇ, ਕਿਉਂਕਿ ਦੁਨੀਆ ਦੇ ਵਿੱਚ ਹਰ ਚੀਜ਼ ਲਈ ਐਗਜ਼ਾਮਪਲ ਦੀ ਲੋੜ ਹੈ, ਪ੍ਰਮਾਣ ਦੀ ਲੋੜ ਹੈ। ਤੁਸੀਂ ਕਹੋਗੇ ਪ੍ਰਮਾਣ ਜ਼ਰੂਰੀ ਹੈ, ਬਿਲਕੁਲ ਜ਼ਰੂਰੀ ਹੈ। ਅੱਜ ਦੀਆਂ ਕੋਰਟ ਕਚਹਿਰੀਆਂ ਵਿੱਚ ਚਲੇ ਜਾਓ, ਪੁਰਾਣੇ ਕੇਸਾਂ ਦੇ ਪ੍ਰਮਾਣ ਦਿੱਤੇ ਜਾਂਦੇ ਆ ਵੀ ਜੇ ਇਸ ਕੇਸ ਵਿੱਚ ਉਹ ਬੰਦਾ ਇਹ ਕ੍ਰਾਈਮ ਕਰਕੇ ਬਰੀ ਹੋਇਆ ਤੇ ਇਹਦੇ 'ਚ ਕਿਉਂ ਨਹੀਂ, ਆਹ ਕੰਮ ਕਰਕੇ ਐਦਾਂ ਹੋ ਸਕਦਾ ਤੇ ਏਦਾਂ ਕਿਉਂ ਨਹੀਂ। ਦੋਨੇ ਤਰ੍ਹਾਂ ਦੇ ਵਕੀਲ ਬਹਿਸ ਕਰਦੇ ਆ, ਕ੍ਰਾਸ ਕਰਦੇ ਆ, ਸਿਰਫ ਐਗਜ਼ਾਮਪਲਾਂ। ਤੇ ਧਰਮ ਦੀ ਦੁਨੀਆ ਦੇ ਵਿੱਚ ਪ੍ਰਕਰਨ ਬਹੁਤ ਵੱਡੇ ਆ, ਐਗਜ਼ਾਮਪਲ ਬਹੁਤ ਵੱਡੀ ਹੈ। ਗੁਰਬਾਣੀ ਪੜ੍ਹ ਕੇ ਵੇਖੋ ਕਿੰਨੇ ਪ੍ਰਮਾਣ ਸਤਿਗੁਰਾਂ ਨੇ ਦਿੱਤੇ ਨੇ। ਆਪਾਂ ਨਿਤ ਸੋਦਰ ਪੜ੍ਹਦੇ ਆ, ਪਹਿਲੇ ਸ਼ਬਦ ਵਿੱਚ ਹੀ ਕਿੰਨੀਆਂ ਐਗਜ਼ਾਮਪਲਸ ਨੇ। ਹਰ ਜੁਗ ਜੁਗ ਭਗਤੀ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਰਾਮ ਰਾਜੇ ਨੇ ਕਿਵੇਂ ਪੈਜ ਰੱਖੀ? ਹਰਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ, ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ। ਕਿਵੇਂ ਭਗਤ ਨਾਮਦੇਵ ਨੂੰ ਮੁਖ ਲਾਇਆ, ਕਿਵੇਂ ਹੰਕਾਰੀਆਂ ਨੂੰ ਪਿੱਠ ਦਿੱਤੀ ਹੈ, ਇਹ ਸਭ ਪ੍ਰਮਾਣ ਹਨ। ਸੈਂਕੜੇ ਪ੍ਰਮਾਣ ਹਜ਼ਾਰਾਂ ਗੁਰੂ ਕੀ ਬਾਣੀ ਨੇ ਬਖਸ਼ਿਸ਼ ਕੀਤੇ। ਉਹ ਪੁਰਾਣਿਆਂ ਯੁੱਗਾਂ ਦੇ ਵੀ ਨੇ, ਚੱਲ ਰਹੇ ਵਕਤ ਦੇ ਵੀ ਨੇ, ਆਉਣ ਵਾਲੇ ਸਮੇਂ ਦੇ ਵੀ ਹਨ, ਕਿਉਂਕਿ ਗੁਰਬਾਣੀ ਕਿਸੇ ਇੱਕ ਪੈਰਾਮੀਟਰ ਦੇ ਆਧਾਰਿਤ ਨਹੀਂ ਹੈ। ਇਹ ਤੇ ਖੰਡਾਂ ਬ੍ਰਹਿਮੰਡਾਂ ਦੀ ਬਾਣੀ ਹੈ। ਰਹਿੰਦੀ ਦੁਨੀਆ ਤੱਕ ਇਸ ਬਾਣੀ ਦਾ ਹਰ ਬਚਨ ਸਦਾ ਸੱਚ ਰਹਿਣਾ ਹੈ। ਭਾਈ ਬਾਲਾ ਜੀ ਆਖਣ ਲੱਗੇ, ਕਹਿੰਦੇ ਭਾਈ ਇੱਕ ਵੈਦ ਕੋਲ ਦੋ ਤਰ੍ਹਾਂ ਦੇ ਰੋਗੀ ਆਏ ਨੇ, ਪਰ ਰੋਗ ਦੋਨਾਂ ਨੂੰ ਇੱਕੋ ਹੀ ਹੈ। ਐਗਜ਼ਾਮਪਲ ਸਮਝਣ ਵਾਸਤੇ, ਅੱਗੇ ਡਾਕਟਰ ਨਹੀਂ ਸੀ ਹੁੰਦੇ, ਵੈਦ ਕੀ ਕਰਨ ਵਾਲੇ, ਕਿਉਂਕਿ ਆਯੁਰਵੇਦ ਵਿੱਚ ਗੱਲਾਂ 3-4 ਹੀ ਨੇ ਜਿਹੜੀਆਂ ਮੁੱਖ ਨੇ, ਵਾਏ ਪਿੱਤ ਕਫ, ਇਹਨਾਂ ਕਰਕੇ ਸਾਰਾ ਕੁਝ। ਹੁਣ ਜਦੋਂ ਵੈਦ
ਬੈਠਾ ਹੈ, ਉਹਦੇ ਕੋਲ ਆਉਣ ਵਾਲਾ ਹਰ ਬੰਦਾ ਆਪਣਾ ਰੋਗ ਵਿਖਾਉਂਦਾ ਹੈ। ਉਹ ਨਬਜ਼ ਫੜ ਕੇ ਦੱਸ ਦਿੰਦਾ ਤੈਨੂੰ ਕਿਹੜਾ ਰੋਗ ਹੈ, ਕਿੰਨਾ ਰੋਗ ਹੈ, ਕਿੰਨੀ ਦੇਰ ਚ ਹਟ ਸਕਦਾ, ਕੀ ਖਾਣਾ, ਕੀ ਛੱਡਣਾ। ਇਹ ਪ੍ਰਮਾਣ ਭਾਈ ਗੁਰਦਾਸ ਜੀਆਂ ਵੀ ਦਿੱਤੇ ਹੋਏ ਆ। ਭਾਈ ਬਾਲਾ ਜੀ ਆਖਣ ਲੱਗੇ, ਸਿੱਖੋ ਜਦ ਵੈਦ ਦੇ ਕੋਲ ਕੋਈ ਰੋਗੀ ਆਉਂਦਾ ਹੈ, ਪਹਿਲਾਂ ਉਹ ਨਬਜ਼ ਵੇਖਦਾ ਹੈ, ਉਹ ਫੇਰ ਪੁੱਛਦਾ ਤੂੰ ਕੀ ਖਾਧਾ, ਕੀ ਨਹੀਂ ਖਾਧਾ। ਅਜੋਕੀ ਸਾਇੰਸ। ਅੱਜ ਦਾ ਡਾਕਟਰ ਕੀ ਕਰਦਾ ਹੈ? ਡਾਕਟਰ ਕੁਝ ਨਹੀਂ ਦੱਸਦੇ। ਤੁਹਾਡੇ ਤੋਂ ਪੁੱਛਣਗੇ ਤੁਸੀਂ ਕਿਹਾ ਮੇਰਾ ਸਿਰ ਦੁਖਦਾ, ਕਿ ਕਿਹੜੇ ਪਾਸੇ ਤੋਂ ਦੁਖਦਾ, ਕਿੰਨਾ ਕੁ ਦੁਖਦਾ, ਕਿਹੜੇ ਟਾਈਮ ਦੁਖਦਾ। ਉਹਨੇ ਅੰਦਾਜ਼ਾ ਲਾਇਆ, ਉਹਨੂੰ ਕਹਿੰਦੇ ਪ੍ਰੈਕਟਿਸ। 30 ਸਾਲ ਵੀ ਕਿਸੇ ਨੇ ਡਾਕਟਰੀ ਕੀਤੀ ਹੈ, ਉਹਦਾ ਇੱਕੋ ਹੀ ਕੰਮ ਆ, ਉਹ ਕਹਿੰਦਾ ਮੈਂ ਪ੍ਰੈਕਟਿਸ ਕਰ ਰਿਹਾ, ਪਰਫੈਕਟ ਨਹੀਂ। ਹਰ ਬੰਦੇ ਦਾ ਰੋਗ ਪਛਾਣ ਕੇ ਉਹਨੇ ਦੱਸਿਆ ਤੇਰਾ ਸਿਰ ਵਿਚਕਾਰ ਤੋਂ ਦੁਖਦਾ, ਹਾਂਜੀ। ਜਦੋਂ ਸਿਰ ਦਰਦ ਹੁੰਦਾ, ਹਨੇਰਾ ਪਸੰਦ ਹੈ, ਕਹਿੰਦਾ ਹਾਂਜੀ, ਕਹਿੰਦਾ ਫਿਰ ਤੈਨੂੰ ਮਾਈਗ੍ਰੇਨ ਹੈ, ਲਾਤੀ ਗੋਲੀ। ਕਿਸੇ ਨੂੰ ਫਰਕ ਪੈ ਗਿਆ, ਤੁੱਕਾ ਸੀ, ਕਿਸੇ ਦਾ ਨਹੀਂ ਪਿਆ। ਫਿਰ ਕਹਿੰਦੇ ਹੁਣ ਸਿਟੀ ਸਕੈਨ ਕਰਾ ਲੈ, ਪੁੱਛਦੇ ਆ, ਦੱਸਣਾ ਪਿਆ ਨਾ। ਪਰ ਵੈਦਾਂ ਤੇ ਡਾਕਟਰਾਂ 'ਚ ਇਹ ਫਰਕ ਹੈ, ਵੈਦ ਨਬਜ਼ ਫੜ ਕੇ ਦੱਸ ਦਿੰਦੇ ਆ ਫਲਾਣੀ ਰਗ ਵਿੱਚ ਇੰਨਾ ਰੋਗ ਆ, ਇੰਨਾ ਨੁਕਸ ਹੈ। ਆਯੁਰਵੇਦ ਵੀ ਪਿੱਛੇ ਨਹੀਂ ਤੇ ਪਿੱਛੇ ਵਿਗਿਆਨ ਵੀ ਨਹੀਂ, ਇਹ ਸਰੀਰਕ ਪ੍ਰਕਿਰਿਆ ਹੈ, ਪਰ ਬਣਾਈ ਪਰਮਾਤਮਾ ਦੀ ਹੋਈ ਹੈ। ਕਹਿੰਦੇ ਵੈਦ ਨੇ ਆਪਣੇ ਹਰ ਰੋਗੀ ਦੀ ਨਬਜ਼ ਫੜ ਕੇ ਵੇਖਣਾ। ਇਹ ਤੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੇ ਕੋਲ ਵੀ ਵੈਦ ਹੈ। ਵੈਦਾ ਵੈਦ ਸੋ ਵੈਦ, ਪਹਿਲਾ ਰੋਗ ਪਛਾਣ। ਵੈਦ ਹਰਦਾਸ ਨੇ ਆ ਕੇ ਮਰਦ ਦੀ ਨਬਜ਼ ਫੜੀ ਹੈ, ਕਹਿੰਦੇ ਨੂੰ ਤੇ ਰੋਗ ਹੀ ਕੋਈ ਨਹੀਂ। ਮਰਦ ਕਹਿੰਦੇ ਤੂੰ ਫਿਰ ਨਬਜ਼ ਗਲਤ ਫੜ, ਤੈਨੂੰ ਰੋਗ ਦਾ ਪਤਾ ਹੀ ਨਹੀਂ ਲੱਗਿਆ। ਮੇਰੇ ਅੰਦਰ ਰੋਗ ਕਿਹੜਾ ਹੈ? ਵਿਰਹੋ ਦਾ, ਵਿਛੋੜੇ ਦਾ, ਪਰ ਤੇਰੀ ਇਸ ਕਸਵੱਟੀ 'ਚ ਨਹੀਂ ਆ ਰਿਹਾ। ਜਦੋਂ ਭਾਈ ਬਾਲਾ ਜੀ ਨੇ ਬਚਨ ਸੁਣਾਇਆ, ਕਹਿੰਦੇ ਵੈਦ ਕੋਲ 2 ਤਰ੍ਹਾਂ ਦੇ ਰੋਗੀ ਆਉਂਦੇ ਨੇ, ਪਰ ਰੋਗ ਉਹਨਾਂ ਸਾਰਿਆਂ ਨੂੰ ਇੱਕੋ ਹੀ ਜਿਹਾ ਏ। ਭਾਈ ਉਦਰ ਮੈਂ ਬਹੁਤੀ ਪੀਰਾ, ਹਾਏ ਹਾਏ ਕਰ ਹੋਤ ਅਧੀਰਾ। ਰੋਗੀ ਚੱਲ ਕੇ ਵੈਦ ਕੋਲੇ ਆਇਆ, ਹਾਏ ਹਾਏ ਕਰਦਾ ਹੈ, ਕਹਿੰਦਾ ਹਾਏ ਮੇਰੇ ਪੇਟ ਵਿੱਚ ਦਰਦ ਹੈ, ਦੁੱਖ ਹੈ। ਜੇ ਬੰਦਾ ਡਾਕਟਰ ਹਕੀਮ ਵੈਦ ਕੋਲ ਤਾਂ ਜਾਂਦਾ ਮੇਰਾ ਦੁੱਖ ਕੱਟਿਆ ਜਾਊਗਾ, ਰੋਗ ਕੱਟਿਆ ਜਾਊਗਾ। ਕਹਿੰਦੇ ਵੈਦ ਨੇ ਵੀ ਵੇਖਿਆ ਵੀ ਹਾਲਤ ਤੇ ਤਰਸ ਜੋਗ ਹੈ, ਢਿੱਡ ਦਾ ਦਰਦ ਹੈ, ਪੇਟ ਵਿੱਚ ਸੂਲ ਉੱਠਦਾ ਹੈ, ਜਾਨ ਜਾ ਸਕਦੀ, ਪੇਟ ਤੇ ਦਰਦ। ਵੈਦ ਨੇ ਉਹਨੂੰ ਤਸੱਲੀ ਦਿੱਤੀ, ਨਬਜ਼ ਫੜੀ, ਨਬਜ਼ ਫੜ ਕੇ ਕਹਿੰਦਾ ਮੈਨੂੰ ਤੇਰਾ ਰੋਗ ਸਮਝ ਆ ਗਿਆ। ਵੱਡੀ ਗੱਲ ਤੇ ਇਹੀ ਹੈ ਨਾ, ਦੁਨੀਆ PGI ਤੁਰੀ ਫਿਰਦੀ ਹੈ, ਹਰ ਦੁਖੀ ਬੰਦਾ ਜਾਂਦਾ ਹੈ, ਨਿਤ ਰਿਪੋਰਟ ਤੇ ਰਿਪੋਰਟ ਹੁੰਦੀ ਆ। ਦਾ ਭਾਵ ਕੀ ਹੈ? ਵੀ ਉਹਦਾ ਦੁੱਖ, ਉਹਦਾ ਰੋਗ ਆਇਡੈਂਟੀਫਾਈ ਕੀਤਾ ਜਾਏ। ਪ੍ਰੋਬਲਮ ਕੀ ਹੈ, ਦੁੱਖ ਕੀ ਹੈ, ਮੇਨ ਸੈਂਸ ਕੀ ਹੈ ਇਹਦੀ। ਜਿਹਦੀ ਸਮਝ ਆ ਜੇ ਉਹ ਪਹਿਲੇ ਦਿਨ ਦਵਾਈ ਲੱਗ ਜਾਂਦੀ, ਨਾ ਆਵੇ ਤੇ ਕਈ ਵਾਰ ਸਾਲਾਂ ਬੱਧੀ ਕੰਮ ਚੱਲਦਾ। ਜਦੋਂ ਕਹਿੰਦੇ ਰੋਗੀ ਦਾ ਰੋਗ ਵੈਦ ਕੋਲ ਪਹਿਲੇ ਝੱਟੇ ਸਮਝ ਆ ਗਿਆ, ਪਹਿਲੀ ਝੱਟ ਵਿੱਚ ਹੀ ਆਖ ਦਿੱਤਾ, ਕਹਿੰਦਾ ਲੈ ਤੂੰ ਤੰਦਰੁਸਤ ਹੈ। ਹੁਣ ਵੈਦ ਕੋਲੋਂ ਦਲਾਸਾ ਲੈ ਕੇ ਦਰਦ ਦਾ ਫਰਕ ਪੈ ਗਿਆ। ਕਿਉਂ ਪਿਆ ਫਰਕ? ਡਾਕਟਰ ਤੇ ਸਾਰੇ ਹੀ ਨੇ। ਜਿਸ ਡਾਕਟਰ ਤੇ ਸਾਨੂੰ ਵਿਸ਼ਵਾਸ ਹੁੰਦਾ ਨਾ ਵੀ ਇਹਦੇ ਕੋਲ ਜਾਵਾਂਗੇ ਫੈਮਿਲੀ ਇਹਨੇ ਇੱਕ ਗੋਲੀ ਜਿਹੜੀ ਠੀਕ ਹੋ ਜਾਣਾ, ਗੋਲੀ ਘੱਟ ਕੰਮ ਕਰਦੀ ਹੈ, ਅਕੀਦਾ ਭਰੋਸਾ ਜ਼ਿਆਦਾ ਕੰਮ ਕਰਦਾ। ਵਿਸ਼ਵਾਸ ਭਾਵੇਂ ਉਹ ਮਿੱਟੀ ਦੇ ਕੇ ਤੋੜ ਦੇ, ਉਹਦੇ ਨਾਲ ਵੀ ਠੀਕ ਹੋ ਜਾਏ। ਗੋਲੀ ਐਕਸਪਾਇਰ ਵੀ ਹੋਵੇ ਠੀਕ ਕਰ ਦੂ। ਡਾਕਟਰ ਕਿੰਨਾ ਵੀ ਸਿਆਣਾ ਹੋਵੇ, ਜੇ ਭਰੋਸਾ ਨਹੀਂ ਬਣਿਆ ਨਾ, ਫਿੱਟ ਨਹੀਂ ਪੈਂਦਾ। ਜਦੋਂ ਰੋਗੀ ਕੋਲੇ ਆਇਆ, ਉਹਦਾ ਵਿਸ਼ਵਾਸ ਬਣ ਗਿਆ ਵੀ ਡਾਕਟਰ ਕਹਿੰਦਾ, ਵੈਦ ਕਹਿੰਦਾ ਤੂੰ ਠੀਕ ਹੋ ਜਾਣਾ ਹੈ, ਤੇਰਾ ਰੋਗ ਮੇਰੀ ਸਮਝ ਆ ਗਿਆ ਏ। ਗਾਵਣਿਓ ਧਨੀ ਬੈਦ ਕੀ ਸਦਨਾ, ਉਦਰ ਪੀਰ ਭਾਖੀ ਨਿਜ ਬਦਨਾ। ਹੁਣ ਵੈਦ ਨੇ ਉਹਨੂੰ ਗੱਲਾਂ ਪੁੱਛੀਆਂ, ਇਹ ਬੰਦਾ ਸੀ ਧਨੀ ਧਨਾੜ, ਪੈਸੇ ਦੀ ਕਮੀ ਕੋਈ ਨਹੀਂ। ਹੁਣ ਵੈਦ ਨੇ ਵੇਖਿਆ ਵੀ ਅਮੀਰ ਬੰਦਾ, ਜੇ ਮੈਂ ਸਿੱਧਾ ਰੋਗ ਦੇਖ ਕੇ ਦੱਸਦਾ ਇਹਦਾ ਭਰੋਸਾ ਨਹੀਂ ਵੱਜਣਾ, ਇਹ ਨਹੀਂ ਕਹਿਣਾ ਲੈ ਕਾਹਦਾ ਡਾਕਟਰ ਵੈਦ ਹੈ। ਅਮੀਰ ਬੰਦਾ ਫਿੱਟ ਕਿਵੇਂ ਬਹਿੰਦਾ ਹੈ? ਜਦ ਤੱਕ ਡਾਕਟਰ 50-60 ਹਜ਼ਾਰ ਲਵਾਏ ਨਾ, ਤੇ ਅਮੀਰ ਨੂੰ ਉਦੋਂ ਤੱਕ ਸ਼ਾਂਤੀ ਨਹੀਂ ਆਉਂਦੀ ਵੀ ਮੈਂ ਡਾਕਟਰ ਕੋਲ ਗਿਆ ਸੀ। ਉਹਨੇ ਬੇਵਜ੍ਹਾ ਕਹਿਣਾ ਆਹ ਰਿਪੋਰਟ ਕਰਾ ਲਾ, ਆਹ ਵੀ ਟੈਸਟ ਕਰਾ ਲੈ, ਆਹ ਵੀ ਕਰਾ ਲੈ, ਫਲਾਣੀ ਲੈਬ ਤੇ ਜਾਇਆ, ਯਾਹ ਦਵਾਈ ਲੈ ਲਾ। ਖੁਸ਼ ਹੋ ਜਾਂਦਾ, ਕਹਿੰਦਾ ਲੈ ਵੀ ਡਾਕਟਰ ਬਹੁਤ ਸਿਆਣਾ ਹੈ, ਕਿਉਂਕਿ ਉਹਨੇ ਅੰਦਰ ਪੈਰ ਰੱਖਣ ਦਾ 500 ਲੈ ਲਿਆ, ਇਸ ਲਈ ਸਿਆਣਾ। ਉਹੀ ਦਵਾਈ ਕੋਈ 20-30 ਰੁਪਏ ਵਿੱਚ ਲਿਖ ਕੇ ਦੇ ਦੇਵੇ ਤੇ ਕਹਿੰਦੇ ਤੇ ਕਮਲਾ ਹੈ ਯਾਰ, ਉਹਦੇ ਕੋਲ ਭੀੜ ਪੈਂਦੀ, ਇਹਨੂੰ ਕੋਈ ਪੁੱਛਦਾ ਨਹੀਂ। ਕਿਉਂ? ਪੈਸੇ ਵੱਧ ਲੈਂਦਾ, ਇਸ ਲਈ ਠੀਕ ਹੋ ਜਾਂਦਾ। ਹੁਣ ਜਦੋਂ ਇਹ ਵੈਦ ਦੇ ਕੋਲ ਆਇਆ ਧਨੀ ਬੰਦਾ, ਹੁਣ ਮਾਇਆ ਵਿੱਚ ਅੰਨੇ ਬੰਦੇ ਨੂੰ ਛੇਤੀ ਕਿਸੇ ਤੇ ਵਿਸ਼ਵਾਸ ਨਹੀਂ ਹੁੰਦਾ। ਉਹ ਆਪਣੇ ਤੇ ਇਤਬਾਰ ਨਹੀਂ ਕਰਦਾ, ਦੂਜਿਆਂ ਤੇ ਕਿੱਥੋਂ ਕਰੂਗਾ? ਵੈਦ
ਤੇਰੀ ਸਮਝ ਆ ਗਈ। ਕਹਿੰਦਾ ਦੱਸੋ ਕੀ ਸਮਝ ਆਈ ਹੈ? ਉਹ ਕਹਿੰਦੇ ਤੇਰੇ ਪੇਟ ਵਿੱਚ ਦਰਦ ਉੱਠਦਾ ਏ, ਜਦ ਕੁਝ ਖਾਵੇ ਤਾਂ ਵੀ ਉੱਠਦਾ ਹੈ, ਨਾ ਕੁਝ ਖਾਵੇ ਤਾਂ ਵੀ ਉੱਠਦਾ ਹੈ, ਉੱਠਣ ਵੇਲੇ ਸੌਣ ਵੇਲੇ ਬਹਿਣ ਲੱਗੇ ਦਰਦ ਹੀ ਰਹਿੰਦਾ ਹੈ। ਕਹਿੰਦਾ ਹਾਂਜੀ। ਕਹਿੰਦੇ ਜਦੋਂ ਪੇਟ ਦਬਾ ਲੈਣਾ ਉਦੋਂ ਠੀਕ ਹੁੰਦਾ। ਕਹਿੰਦਾ ਬਿਲਕੁਲ ਸਹੀ ਗੱਲ ਹੈ ਜੀ। ਵੈਦ ਨੇ ਸੋਚਿਆ ਵੀ ਇਹਨੂੰ ਜਿਹੜੀ ਦਵਾਈ ਦੇਣੀ ਤੇ 5-10 ਪੈਸੇ ਦੀ ਹੈ, ਜੇ ਦੇਤੀ ਤਾਂ ਭਰੋਸਾ ਨਹੀਂ ਹੋਣਾ। ਉਹਨੇ 4 ਗੱਲਾਂ ਕੋਲੋਂ ਹੋਰ ਪੁੱਛੀਆਂ ਤੇ ਕੁਝ ਦਸੀਆਂ। ਕਹਿੰਦੇ ਉਸ ਅਮੀਰ ਬੰਦੇ ਦਾ ਵੈਦ ਤੇ ਬੜਾ ਭਰੋਸਾ ਬਣ ਗਿਆ। ਜਿਹੜਾ ਡਾਕਟਰ ਵੱਧ ਗੱਲਾਂ ਕਰੇ ਤੁਹਾਨੂੰ ਉਲਝਾਵੇ, ਸਾਨੂੰ ਲੱਗਦਾ ਸਿਆਣਾ ਹੀ ਬਹੁਤ ਹੈ, ਇੰਟੈਲੀਜੈਂਟ ਹੈ। ਤੇ ਜਿਹੜਾ ਵੈਦ ਡਾਕਟਰ ਤੁਹਾਡੀ ਹਾਲਤ ਵੇਖ ਕੇ ਦਵਾਈ ਲਿਖਤੀ, ਕਹਿੰਦਾ ਜਾਓ। ਅਸੀਂ ਕਹਿੰਦੇ ਤੇ ਮੂਰਖ ਬੰਦਾ ਯਾਰ, ਇਹ ਬੁਲਾਉਂਦਾ ਹੀ ਡੀਲਿੰਗ ਚੱਜਦੀ ਨਹੀਂ ਹੈ, ਕਿਉਂਕਿ ਉਹ ਸਿਆਣਾ ਸੀ। ਉਹਨੂੰ ਪਤਾ ਹੈ ਮਰੀਜ਼ ਨਾਲ ਗੱਲਾਂ ਕਰਕੇ ਮੈਨੂੰ ਕੀ ਮਿਲਣਾ ਤੇ ਉਹਨੂੰ ਕੀ ਮਿਲਣਾ, ਟਾਈਮ ਵੇਸਟ ਹੈ, ਕੰਮ ਦਵਾਈ ਨੇ ਕਰਨਾ। ਵੈਦ ਨੇ ਵੇਖਿਆ ਵੀ ਇਸ ਮਨੁੱਖ ਤਾਈ ਮੈਂ ਸਿੱਧੀ ਦਵਾਈ ਦੇ ਕੇ ਤੋਰ ਦਿੱਤਾ, ਫਰਕ ਇਹਨੂੰ ਨਹੀਂ ਪੈਣਾ। ਇਹ ਵੈਦ ਨੂੰ ਪਤਾ ਹੈ, ਉਹਨੂੰ ਪਤਾ ਇਸ ਗੱਲ ਦਾ। ਕਹਿੰਦੇ ਨੇ 20 ਨੂੰ ਜਾ ਕੇ ਹੋਰ ਕਹਿਣਾ ਵੀ ਉਸ ਵੈਦ ਕੋਲ ਨਾ ਜਾਇਓ, ਤੇ ਘਟੀਆ ਹੈ। ਇਹ ਪ੍ਰਮਾਣ ਕਾਹਦੇ ਦਿੱਤਾ ਜਾ ਰਿਹਾ ਹੈ? ਤਿੰਨੇ ਯੁੱਗ ਪਹਿਲੇ ਤੇ ਕਲਯੁੱਗ। ਸਵਾਲ ਕੀ ਹੈ ਵੀ ਨਾਮ ਉਦੋਂ ਵੀ ਜਪਿਆ ਜਾਂਦਾ ਸੀ, ਲੋਕ ਯੋਗ ਤਪ ਦਾਨ ਸੰਜਮ ਕਿਉਂ ਕਰਦੇ ਸੀ, ਪਰ ਹੁਣ ਕਲਯੁੱਗ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਆ ਕੱਲਾ ਨਾਮ ਜਪੋ, ਕੁਝ ਵੀ ਕਰਨ ਦੀ ਲੋੜ ਨਹੀਂ, ਉਹਦੇ ਤੇ ਪ੍ਰਮਾਣ। ਹੁਣ ਜਦੋਂ ਵੈਦ ਕੋਲ ਬੈਠਾ, ਕਹਿੰਦੇ ਅਮੀਰ ਬੰਦੇ ਨੂੰ ਅਜੇ ਵੀ ਵੈਦ ਤੇ ਭਰੋਸਾ ਬਹੁਤਾ ਨਹੀਂ ਸੀ। ਕਿਤੇ ਲੱਗਦਾ ਠੀਕ ਕਰਦਾ ਹੈ, ਪਰ ਸੋਚਦਾ ਵੀ ਇਹਦੇ ਕੋਲ ਬਹੁਤੀਆਂ ਦਵਾਈਆਂ ਨਹੀਂ, ਜੜੀਆਂ ਬੂਟੀਆਂ ਨਹੀਂ, ਇਹ ਮੈਥੋਂ ਮੇਰੀਆਂ ਗੱਲਾਂ ਪੁੱਛਦਾ ਏ। ਤੋ ਵੈਦ ਸੋ ਪਰਮ ਸਿਆਣਾ, ਜਾਨੀ ਤੇ ਕੀ ਪੀਰ ਮਹਾਨਾ। ਵੈਦ ਨੇ ਨਬਜ ਫੜ ਕੇ ਜਾਣ ਲਿਆ ਵੀ ਇਹਨੂੰ ਤੇ ਸਿਰਫ ਛੋਟਾ ਜਿਹਾ ਹੀ ਰੋਗ ਹੈ। ਉਹ ਕਾਹਦਾ ਹੈ? ਵਾਏ ਦਾ ਰੋਗ। 45 ਸਾਲਾਂ ਤੋਂ ਬਾਅਦ ਹਰ ਸਰੀਰ ਵਿੱਚ ਜਦ ਵੀ ਕੋਈ ਰੋਗ ਹੋਣਾ, ਵਾਏ ਕਰਕੇ ਹੋਣਾ। 9 ਤੋਂ ਲੈ ਕੇ 10 ਸਾਲ ਦੀ ਉਮਰ ਤੱਕ ਜਿੰਨੇ ਰੋਗ ਹੋਣਗੇ ਉਹ ਕਫ ਕਰਕੇ ਹੋਣਗੇ। 15 ਸਾਲਾਂ ਤੋਂ ਲੈ ਕੇ 35 ਸਾਲਾਂ ਤੱਕ ਜਿੰਨੀਆਂ ਬਿਮਾਰੀਆਂ ਨੇ ਉਹ ਪਿੱਤਾਸ਼ਯ ਕਰਕੇ ਹੋਣਗੇ, ਪਿੱਤ ਕਰਕੇ ਹੋਣਗੇ। ਵੈਦ ਨੇ ਉਮਰ ਵੇਖਿਆ ਤੇ ਢਿੱਡ ਤੇ ਦਰਦ ਹੈ। ਉਹਨੇ ਜਾਣਿਆ ਇਹਨੂੰ ਕੀ ਹੈ। ਉਹਨੂੰ ਜਦੋਂ ਵਾਰ-ਵਾਰ ਪੁੱਛਦਾ ਹੈ, ਕਹਿੰਦਾ ਮੈਨੂੰ ਨਹੀਂ ਪਤਾ, ਮੈਨੂੰ ਸਿਰਫ ਦਰਦ ਹੈ ਜੀ, ਹਟਾ ਦਿਓ। ਕਹਿੰਦਾ ਹਟਾ ਦਿਆਂਗੇ, ਗਰੰਟੀ ਨਾਲ ਹਟਾ ਦਿਆਂਗੇ, ਪਰ ਜੋ ਪਰਹੇਜ਼ ਦੱਸਾਂਗਾ ਮੰਨੇਗਾ? ਕਹਿੰਦਾ ਬਿਲਕੁਲ। ਸਿਆਣਾ ਵੈਦ ਸਾਰਾ ਕੁਝ ਨਹੀਂ ਦੱਸਦਾ ਹੁੰਦਾ, ਤੇ ਜਿਹੜਾ ਡਾਕਟਰ ਤੁਹਾਨੂੰ ਸਾਰਾ ਕੁਝ ਦੱਸ ਦੇ, ਤੈਨੂੰ ਆਇਆ ਹੋ ਜੂਗਾ ਠੀਕ ਨਹੀਂ ਕਰਦਾ, ਵਹਿਮ ਚ ਪਾਉਂਦਾ ਏ। ਤੁਹਾਡਾ ਕੰਮ ਹੈ ਦਵਾਈ ਲੈਣਾ, ਠੀਕ ਹੋਣਾ, ਤੁਸੀਂ ਡਾਕਟਰ ਬਣ ਕੇ ਨਹੀਂ ਗਏ। ਅੱਜ ਦੁਨੀਆ ਦਾ ਕੰਮ ਇਹੀ ਹੈ। ਲੋਕ ਜਾਣ ਕੇ ਵੀ ਸਵਾਲ ਕਰਨਗੇ, ਏਦਾਂ ਕਿਉਂ ਹੋਇਆ, ਐਵੇਂ ਕਿਉਂ ਹੋਇਆ, ਆਹ ਕਰ ਲੂੰਗਾ, ਆਹ ਕਿਉਂ ਹੋ ਜਾਊਗਾ। ਕਮਲ ਘੁੱਟਦੇ ਆ, ਕਰਟੀ ਕਰਦੀ ਹੈ। ਹੁਣ ਇੱਥੇ ਉਹਨੇ ਜਾਣ ਲਿਆ ਵੀ ਇਸ ਬੰਦੇ ਦੇ ਸਰੀਰ ਵਿੱਚ ਵਾਏ ਹੈ, ਦਰਦ ਹੋਏਗਾ। ਸਿਰ ਤੋਂ ਲੈ ਕੇ ਪੈਰਾਂ ਤੱਕ ਵਾਏ ਨਾਲ ਭਰਿਆ ਹੋਇਆ ਏ। ਏਕੋ ਤੋ ਹੈ ਸੁਗਮ ਉਪਾਏ, ਏਕ ਜਵਾਨ ਸੂਰ ਮਿਟਾਏ। ਪਰ ਇੱਥੇ ਉਸ ਵੈਦ ਨੇ ਮਾਨੀ ਮਨ ਸੋਚਿਆ, ਉਹਦੇ ਦਿਲ ਦੀ ਗੱਲ ਭਾਈ ਬਾਲਾ ਜੀ ਦੱਸਦੇ ਆ। ਕਹਿੰਦੇ ਇਹਦਾ ਸੌਖਾ ਜਿਹਾ ਇਲਾਜ ਹੈ 1 ਚਮਚਾ ਅਜਵਾਇਣ। ਪਰ ਬੰਦਾ ਵੱਡਾ ਹੈ, ਮਾਇਆਧਾਰੀ ਹੈ। ਜੇ ਮੈਂ ਇਹਨੂੰ ਕਹਿੰਦਾ ਅਜਵਾਇਣ ਖਾ ਲੈ, ਇਹਨੇ ਕਹਿਣਾ ਮੈਂ ਤੇਰੇ ਕੋਲ ਕੀ ਕਰਨਾ ਆ। ਵੈਦ ਸਿਆਣਾ ਸੀ, ਉਹਨੇ ਕਿਹਾ ਵੀ ਦੱਸਣ ਦੀ ਕੀ ਲੋੜ ਹੈ, ਇਹਨੂੰ 1 ਅਜਵਾਇਣ ਦੇਵਾਂਗਾ, ਇਹ 4 ਗੱਲਾਂ ਕਰੇਗਾ, ਇਹਦਾ ਅਜਵਾਇਣ ਤੇ ਭਰੋਸਾ ਨਹੀਂ ਬਣਨਾ। ਕਿਉਂਕਿ ਵਾਏ ਨੂੰ ਖਤਮ ਕਰਨ ਵਾਸਤੇ, ਘਟਾਉਣ ਵਾਸਤੇ ਪੁਰਾਣੇ ਸਮੇਂ ਵਿੱਚ ਅਜਵਾਇਣ ਸੀ, ਤੇ ਅੱਜ ਵੀ ਆਯੁਰਵੇਦ ਦੀਆਂ 60% ਦਵਾਈਆਂ ਚ ਅਜਵਾਇਣ ਪੈਂਦੀ ਹੈ। ਹੁਣ ਜਦੋਂ ਇਹ ਗੱਲ ਚੱਲੀ, ਉਹਨੇ ਮਾਨੀ ਮਨ ਸੋਚਿਆ, ਕਹਿੰਦਾ ਵੈਦ ਜੀ ਤੁਸੀਂ ਕਿਉਂ ਹੱਸਦੇ ਹੋ? ਉਹ ਕਹਿੰਦਾ ਨਹੀਂ, ਮੈਂ ਤਾਂ ਹੱਸਦਾ ਵੀ ਤੇਰਾ ਰੋਗ ਬੜਾ ਛੋਟਾ ਏ, 1 ਮਿੰਟ ਵਿੱਚ, 1 ਪਲ ਵਿੱਚ, ਕੁਝ ਘੜੀਆਂ ਵਿੱਚ ਇਹਨੇ ਹਟ ਜਾਣਾ ਏ। ਜੇ ਮੈਂ ਚਾਹੀ ਬਤਾਵੋ ਜਾਕੋ, ਮੈਂ ਜਾਣੇ ਕਛੂ ਨਾ ਤਾਕੋ। ਹੁਣ ਵੈਦ ਦੀ ਸਿਆਣਪ ਕੀ ਸੀ? ਉਹਨੇ ਸੋਚਿਆ ਵੀ ਜੇ ਮੈਂ ਇਹਨੂੰ ਸਿੱਧਾ ਕਹਿੰਦਾ ਜਵੈਣ ਲੈ ਲਾ, ਇਹਨੇ ਕਹਿਣਾ ਡਾਕਟਰ ਹੈ ਕੋਈ, ਤੇ ਐਵੇਂ ਹੀ ਹੈ। ਮੇਰੀ ਮਹਿਮਾ ਨਹੀਂ ਰਹਿਣੀ, ਮੇਰੀ ਸਿਫਤ ਨਹੀਂ ਰਹਿਣੀ, ਮੇਰੀ ਵਡਿਆਈ ਨਹੀਂ ਰਹਿਣੀ। ਇਸ ਕਰਕੇ ਧੁਆ ਫਰਾ ਕੇ ਅਜਵਾਇਣ ਦਿੱਤੀ ਜਾਏ, ਜਿਹੜੀ ਤੇ ਅਜਵਾਇਣ ਹੈ। ਕਿਉਂਕਿ ਅੰਦਰ ਉਹਦੇ ਰੋਗ ਕਿਹੜਾ ਸੌਖਾ ਹੈ। ਆਮ ਵੀ ਪੁਰਾਣੇ ਸਮੇਂ ਦੇ ਬਜ਼ੁਰਗ ਸਨ ਜਿਹੜੇ, ਜਦ ਵੀ ਕਿਤੇ ਖਾਣਾ ਡਾਈਜੈਸ਼ਨ ਠੀਕ ਨਹੀਂ, ਪੇਟ 'ਚ ਦਰਦ ਹੋਣਾ, ਲੋਕੀ ਅਜਵਾਇਣ ਲੈਂਦੇ ਸੀ। ਪੁਰਾਣੀਆਂ ਗੱਲਾਂ। ਹੁਣ ਤੇ ਬੰਦਾ ਸਿੱਧੀ ਗੋਲੀ ਵੀ ਤਾਂ ਦਵਾਈ ਰੱਖੀ ਰੋਟੀ ਵਾਂਗੂ, ਸਲਾਦ ਵਾਂਗੂ ਤੇ ਲੋਕ ਗੋਲੀਆਂ ਖਾਂਦੇ ਰੋਟੀ ਦਾ।
ਠੀਕ ਹੀ ਹੋਣਾ। ਹੁਣ ਉਹਦੀ ਗੱਲ ਸਮਝੀ, ਕਹਿੰਦਾ ਕੁਛ ਪਲ ਬਾਹਰ ਬੈਠੋ, ਮੈਂ ਦਵਾਈ ਤਿਆਰ ਕਰ ਲਾਂ। ਧਨਾੜ ਦੇ ਅਮੀਰ ਬੰਦੇ ਦਾ ਬਹੁਤ ਵੱਡਾ ਭਰੋਸਾ ਵੱਜ ਗਿਆ ਵੀ ਇਹਨੇ ਦਵਾਈ ਮੈਨੂੰ ਹੁਣੇ ਦੇ ਦੇਣੀ ਹੈ, ਮੈਂ ਜਾਣ ਸਾਰ ਠੀਕ ਹੋ ਜਾਣਾ। ਭਰੋਸਾ ਵੱਜ ਗਿਆ ਨਾ। ਜੇ ਉਹ ਸਿੱਧਾ ਹੀ ਕਹਿ ਦਿੰਦਾ ਜਵੈਣ ਲੈ ਲਾ, ਭਰੋਸਾ ਵੱਜ ਜਾਂਦਾ ਨਹੀਂ। ਹੁਣ ਜਦੋਂ ਇਸ ਵੈਦ ਨੇ ਸਪਸ਼ਟ ਕਹਿ ਦਿੱਤਾ ਵੀ ਤੇਰਾ ਰੋਗ ਘਰ ਜਾਂਦਿਆਂ ਬਿਲਕੁਲ ਦਰੁਸਤ ਹੋ ਜਾਏਗਾ। ਇਉਂ ਵਿਚਾਰ ਕਰ ਬੈਦ ਸਿਆਣੇ, ਪੂਰੀ ਏਕ ਦਿਨੀ ਤੇ ਪਾਨੇ। ਫਿਰ ਵੈਦ ਨੇ ਉਹਨੂੰ ਬਾਹਰ ਬਿਠਾਇਆ, ਉਹਨੇ ਨਾ ਚੁੱਲ੍ਹੇ 'ਚ ਚੁੱਕੀ ਸਵਾਹ। ਇੱਕ ਨਾ ਸਾਡੇ ਕਹਾਵਤ ਚੱਲਦੀ ਹੈ ਪੰਜਾਬ 'ਚ, ਕਹਿੰਦੇ ਜੀ ਆਰਾਮ ਆਉਣਾ ਨਾ ਸਵਾਹ ਦੀ ਚੁਟਕੀ ਨਾ ਆ ਜਾਣਾ। ਅੱਜ ਸੁਣ ਲਿਓ ਕੀ ਹੈ, ਮੁੜ ਕੇ ਯਾਦ ਨਹੀਂ ਰਹਿਣਾ। ਉਹਨੇ ਸਵਾਹ ਇੱਕ ਪੁੜੀ 'ਚ ਭਰ ਲਈ, ਦੂਜੀ ਪੁੜੀ ਫੇਰ ਬਣਾ ਲਈ, ਤੀਜੀ ਪੁੜੀ ਫੇਰ ਬਣਾ ਲਈ। ਅੱਗੇ ਵੈਦ ਪੁੜੀਆਂ 'ਚ ਦਿੰਦੇ ਸੀ, ਹੁਣ ਵੀ ਕਾਗਜ਼ 'ਚ ਲਪੇਟ। ਅਮੀਰ ਬੰਦੇ ਨੂੰ ਅੰਦਰ ਬੁਲਾਇਆ, ਉਹਨੂੰ ਬਿਠਾਇਆ, ਕਿਉਂਕਿ ਜਦੋਂ ਤੱਕ ਡਾਕਟਰ ਤੁਹਾਨੂੰ ਬਿਠਾਉਂਦਾ ਨਹੀਂ ਉਦੋਂ ਤੱਕ ਤੁਹਾਡੀ ਮੈਂਟਲੀ ਸਥਿਤੀ ਉਹਦੇ ਲਈ ਇੰਪ੍ਰੈਸਿਵ ਨਹੀਂ ਹੋਏਗੀ। ਤੁਸੀਂ ਜਾਓ, ਡਾਕਟਰ ਨੇ ਸਿੱਧਾ ਦਵਾਈ ਲਿਖ ਦਿੱਤੀ, ਤੁਸੀਂ ਕਹਿੰਦੇ ਯਾਰ ਇਹਨੂੰ ਕੀ ਨਹੀਂ, ਮੈਨੂੰ ਕੀ ਸਮਝਿਆ, ਕਾਹਦਾ ਡਾਕਟਰ, ਕਿਸੇ ਹੋਰ ਕੋਲ ਚੱਲਦੇ। ਇਸ ਲਈ ਡਾਕਟਰ ਭਾਵੇਂ ਅੰਦਰ ਵਿਹਲਾ ਬੈਠਾ ਹੋਵੇ, ਕਦੇ ਨੋਟ ਕਰਿਓ, ਉਹਨੇ ਤੁਹਾਨੂੰ ਲਟਕਾ ਕੇ ਅੰਦਰ ਬੁਲਾਉਣਾ। ਇੱਕ ਬੰਦਾ ਆ ਜੇ, 15-20 ਮਿੰਟ ਲਾਇਓ, ਬਾਹਰ ਚਲੇ ਗਿਆ, ਵੇਟ ਕਰਾ ਕੇ ਫੇਰ, ਤਾਂ ਜੋ ਤੁਹਾਡੇ ਅੰਦਰ ਉੱਥੋਂ ਦਾ ਪ੍ਰਭਾਵ ਪਵੇ, ਜੋ ਰਿਆਲੇ ਦਾਲੇ ਲਾਇਆ ਹੋਇਆ, ਜੋ ਉੱਥੇ ਬਣਿਆ ਮਾਹੌਲ ਹੈ, ਉਹ 'ਚ ਢਲ ਜਾਓ ਤੁਸੀਂ। ਇਹਦੇ ਵੈਦ ਦਾ ਪ੍ਰਭਾਵ ਪੈ ਗਿਆ ਜੀ ਅੰਦਰ। ਵੈਦ ਨੇ ਅੰਦਰ ਬੁਲਾਇਆ, ਉਹਨੇ ਬੜੇ ਪਿਆਰ ਦੀਆਂ ਗੱਲਾਂ ਪੁੱਛੀਆਂ। ਕਹਿੰਦਾ ਪਰਹੇਜ਼ ਰੱਖਣਾ ਹੈ, ਤੱਤੀਆਂ ਗਰਮ ਚੀਜ਼ਾਂ ਨਹੀਂ ਖਾਣੀਆਂ। ਕਹਿੰਦਾ ਠੀਕ ਹੈ। ਆਲੂ ਨਹੀਂ ਖਾਣੇ, ਠੀਕ ਹੈ। ਮਹਾਂ ਦੀ ਦਾਲ ਨਹੀਂ ਖਾਣੀ, ਕਹਿੰਦਾ ਠੀਕ ਹੈ। ਵੈਦ ਨੇ ਦੱਸਿਆ, ਉਹਨੂੰ ਪਤਾ ਵੀ ਇਹਨਾਂ ਚੀਜ਼ਾਂ ਕਰਕੇ ਇਹਨੂੰ ਬਾਏ ਹੋਣੀ ਹੈ। ਬੰਦ ਕਰਾਤੀਆਂ ਸਾਰੀਆਂ ਚੀਜ਼ਾਂ, ਖੁਸ਼ ਬਹੁਤ ਹੈ। ਉਹਨੇ 3 ਦੀਆਂ 3 ਪੁੜੀਆਂ ਫੜਾਈਆਂ, ਕਹਿੰਦਾ ਇੱਕ ਪੁੜੀ ਤੇ ਘਰ ਜਾ ਕੇ ਲੈ ਲਈ, ਭਾਵੇਂ ਇੱਥੇ ਲੈ ਲਾ, ਦੂਜੀ ਦੁਪਹਿਰੇ, ਤੀਜੀ ਸੌਣ ਤੋਂ ਪਹਿਲਾਂ। ਕਹਿੰਦਾ ਮਾਇਆ ਕਿੰਨੀ ਹੋ ਗਈ, ਉਹਨੇ ਉਸ ਹਿਸਾਬ ਨਾਲ ਉਹ ਤੋਂ ਪੈਸੇ ਵੱਧ ਲੈ ਲਏ, ਕਿਉਂਕਿ ਉਹ ਜਾਣਦਾ ਵੈਦ ਸਿਆਣਾ ਵੀ ਜੇ ਤੂੰ ਮਾਇਆ ਵੱਧ ਨਾ ਲਈ, ਇਹਨੇ ਤੇ ਦਵਾਈ ਤੇ ਭਰੋਸਾ ਨਹੀਂ ਕਰਨਾ, ਮੇਰੇ ਤੇ ਨਹੀਂ ਕਰਨਾ। ਅੱਜ ਤੁਹਾਨੂੰ ਕੋਈ ਬੰਦਾ ਜਿਹੜੀ ਦਵਾਈ ਤੁਸੀਂ 500 ਦੀ ਲੈ ਕੇ ਆਏ ਹੋ, ਕੋਈ 25 ਰੁਪਇਆਂ ਦੀ ਦੇ ਦੇ, ਤੁਹਾਡਾ ਯਕੀਨ ਹੀ ਨਹੀਂ ਹੋਣਾ ਤੇ ਨਾ ਅਸਰ ਹੋਣਾ ਤੁਹਾਨੂੰ, ਕਿਉਂਕਿ ਤੁਹਾਡੇ ਦਿਮਾਗ 'ਚ ਬੈਠਾ ਹੈ ਵੀ ਉਹ 300 ਵਾਲਾ ਪੱਤਾ ਜਿਹੜਾ ਮੈਨੂੰ ਉਹੀ ਠੀਕ ਕਰਦਾ, 25 ਵਾਲਾ ਮੇਰਾ ਕੀ ਕਰੂਗਾ। ਮੈਂਟਲੀ ਸਥਿਤੀ ਤੁਹਾਡੀ ਉੱਥੇ ਖੜੀ ਹੈ। ਕੋਈ ਦੱਸ ਰਹੇ, ਕਹਿੰਦੇ ਵੈਦ ਨੇ ਮਾਇਆ ਝਾੜ ਲਈ, ਕੀ ਦਿੱਤਾ ਉਹਨੂੰ, ਸਵਾਹ ਦੇਤੀ। ਸਵਾਹ ਕੀ ਕਰੂਗੀ ਦੱਸੋ, ਕਰ ਸਕਦੀ ਕਿਸੇ ਦਾ ਕੁਛ? ਸਵਾਹ ਤੇ ਸਵਾਹ ਹੈ, ਸ਼ਾਸ਼ ਖਾਲੀ ਹੈ, ਖਾਕ ਹੈ। ਪੁੜੀਆਂ ਲਪੇਟ ਕੇ ਦੇ ਦਿੱਤੀਆਂ। ਕਹਿੰਦਾ ਘਰ ਜਾ ਕੇ ਕੋਸੇ ਪਾਣੀ ਨਾ ਲੈ ਲਈ, ਗਰਮ ਨਹੀਂ ਲੈਣਾ। ਬੜਾ ਖੁਸ਼ ਹੈ। ਕਹਿੰਦਾ ਇਹੋ ਜਿਹਾ ਵੈਦ ਕਿੱਥੇ ਮਿਲ ਜੂਗਾ, ਪਰ ਵੈਦ ਨੇ ਗਰੰਟੀ ਦਿੱਤੀ ਆ ਵੀ ਮੇਰੀ ਪਹਿਲੀ ਪੁੜੀ ਖਾ ਕੇ ਵੇਖੀ, ਤੂੰ ਠੀਕ ਹੋਏਗਾ, ਆ ਕੇ ਮੈਨੂੰ ਦੱਸ ਜਾਵੀਂ। ਮੁਖ ਤੇ ਐਸੀ ਬਚਨ ਆਲਾਇਨ, ਜਾਂ ਕੋ ਅਨੁਪਾਨ ਅਜਵਾਇਨ। ਪਰ ਵੈਦ ਨੇ ਇੱਕ ਗੱਲ ਹੋਰ ਦੱਸਦੀ, ਕਹਿੰਦਾ ਮੇਰੀ ਦਵਾਈ ਦਾ ਰਿਜ਼ਲਟ ਜੇ ਹੋਰ ਵਧੀਆ ਲੈਣਾ ਹੈ, ਹਾਂਜੀ, ਕਹਿੰਦਾ 1 ਚਮਚ ਅਜਵਾਇਣ ਵਿੱਚ ਮੇਰੀ ਦਵਾਈ ਮਿਕਸ ਕਰਕੇ ਖਾ ਲਈ। ਹੋ ਸਕਦਾ ਹੈ ਤੈਨੂੰ 2 ਵੇਲੇ ਦੀ ਦਵਾਈ ਲੈਣੀ ਨਾ ਪਵੇ। ਲਓ ਜੀ, ਹਰ ਬੰਦਾ ਸ਼ਾਰਟਕਟ ਰਸਤਾ ਲੱਭਦਾ ਹੈ। ਮੈਂ ਬੁਢਾਪੇ 'ਚ ਜਵਾਨ ਹੋ ਜਾ, ਮੇਰੇ ਵਾਲ ਕਾਲੇ ਹੋ ਜਾਣ, ਮੈਂ ਤੰਦਰੁਸਤ ਹੋ ਜਾ, ਮੈਨੂੰ ਰੋਗ ਨਾ ਹੋਵੇ, ਗੁਰਦੁਆਰੇ ਵੀ ਮੈਂ ਜਾਵਾਂ, ਮੇਰੀ ਭਗਤੀ ਆਪਣੇ ਆਪ ਹੀ ਬਣ ਜਾਏ, ਰੱਬ ਵੀ ਮੇਰੇ ਤੇ ਕਿਰਪਾ ਰੱਖੇ। ਸੌਖਾ ਤਰੀਕਾ ਦੱਸਦਾ ਵੀ ਇਹ ਦਵਾਈ, ਜਿਵੇਂ ਬੜੀਆਂ ਦਵਾਈਆਂ ਹੁੰਦੀਆਂ, ਕੋਈ ਕਹਿੰਦਾ ਦਹੀਂ ਨਾਲ ਲੈਣੀ ਹੈ, ਲੱਸੀ ਨਾਲ ਲੈ ਲਈ, ਕੱਚੀ ਨਾਲ, ਦੁੱਧ ਨਾਲ ਲੈ ਲਈ। ਉਹ ਕਹਿੰਦਾ ਕਿਸੇ ਚੀਜ਼ ਨਾਲ ਨਹੀਂ ਲੈਣੀ, ਅਜਵਾਇਣ ਦੇ ਵਿੱਚ ਦਵਾਈ ਮਲਾਈ, ਗਰਮ ਕੋਸਾ ਪਾਣੀ ਲੈ ਕੇ ਅੰਦਰ ਸੁੱਟ ਲਈ। ਕੁਝ ਪਲ, ਕੁਝ ਘੜੀਆਂ, ਕੁਝ ਖਾਵੀ ਪੀਵੀ ਨਾ। ਕਰਿਓ ਖਾਨ ਤੇ ਸੰਗ ਮਿਲਾਏ, ਉਦਰ ਰੋਗ ਸਭ ਹੀ ਮਿਟ ਜਾਏ। ਉਹ ਧਨਾੜ ਨੇ ਵੈਦ ਦੀਆਂ ਬੜੀਆਂ ਸਿਫਤਾਂ ਕੀਤੀਆਂ ਜੀ। ਕਹਿੰਦਾ ਜਨਾਬ ਜੇ ਮੈਂ ਠੀਕ ਹੋ ਗਿਆ ਤੇ ਮੈਂ 1000 ਬੰਦਾ ਲੈ ਕੇ ਆਉਂ ਤੁਹਾਡੇ ਕੋਲ। ਸੁਭਾਵਕ ਆ, ਸੁਭਾਅ ਹੈ ਸਾਡੇ। ਅਸੀਂ ਜਿੱਥੋਂ ਠੀਕ ਹੋ ਜੀ ਅਸੀਂ ਸਭ ਨੂੰ ਕਹਿੰਦੇ ਉੱਥੇ ਜਾ, ਕਿਹੜਾ ਕਮਿਸ਼ਨ ਹੁੰਦਾ। ਜਿਸ ਵੇਲੇ ਦਵਾਈ ਦੇਤੀ, ਵੈਦ ਦੀਆਂ ਸਿਫਤਾਂ ਕਰਦਾ, ਕੋਲੋਂ ਖੁਸ਼ ਹੋ ਕੇ ਮਾਇਆ ਦੇ ਕੇ ਘਰ ਨੂੰ ਚੱਲਿਆ। ਆਪਣੀ ਪਤਨੀ ਪਰਿਵਾਰ ਨੂੰ ਦੱਸਦਾ ਹੁੰਦਾ ਹੈ, ਕਹਿੰਦਾ ਇਹ ਸਾਡੇ ਇਲਾਕੇ ਦਾ ਸਿਆਣਾ ਵੈਦ ਹੈ। ਕਿਉਂ ਆ ਸਿਆਣਾ? ਜੇਬ ਹਲਕੀ ਕਰਕੇ ਆਖੋ ਸਤਨਾਮ। ਜੀ ਉਹ ਸਿੱਧਾ ਹੀ ਕਹਿੰਦਾ ਵੀ ਜਵੈਣ ਤੇਰੇ ਘਰ ਆ, ਤੂੰ ਘਰੋਂ ਹੀ ਲੈਣੀ ਆ, ਮੈਂ ਪੈਸੇ ਕਾਹਦੇ ਲੈਣੇ ਜਾ। ਉਹਨੇ ਕਹਿਣਾ ਇਹੋ ਜਿਹੇ 20 ਤੁਰੇ ਫਿਰਦੇ ਆ, 20 ਤੁਰੇ ਫਿਰਦੇ ਆ। ਹੁਣ
ਹੋਇਆ, ਬਚਨਾ ਇੱਥੇ ਬਹਿ ਗਿਆ। ਇੱਥੇ ਗੱਲ ਤੇ ਇੱਥੇ ਲੱਗਣ ਦੀ ਹੈ। ਰੱਬ ਰੱਬ ਕਰਦੀ ਦੁਨੀਆ ਫਿਰਦੀ ਹੈ। ਜਿੱਦਣ ਰੱਬ ਦਾ ਨਾਮ ਇੱਥੇ ਬਹਿ ਗਿਆ ਨਾ, ਵਿਸ਼ਵਾਸ ਇੱਥੇ ਆ ਗਿਆ, ਉਦੋਂ ਮਰਦ ਕਹਿੰਦੇ ਫਿਰ ਇੱਕ ਪਲ ਵਿੱਚ ਤੇਰੇ ਤੇ ਨਿਰੰਕਾਰ ਦੀ ਕਿਰਪਾ ਹੋ ਜਾਣੀ ਹੈ। ਤੇਰੀ ਕੀਤੀ ਬੰਦਗੀ, ਤੇਰਾ ਜਪਿਆ ਨਾਮ ਤੈਨੂੰ ਭਵ ਸਾਗਰ ਤੋਂ ਤਾਰ ਦੇਗਾ। ਗੱਲ ਤੇ ਭਰੋਸੇ ਦੀ ਹੈ ਨਾ, ਭਰੋਸੇ ਦੀ। ਘਰੇ ਆਇਆ ਜੀ ਉਹਨੇ, ਉਹ ਜਿਹੜੀ ਸਵਾਹ ਦੀ ਚੁਟਕੀ, ਚਲੋ ਦਵਾਈ ਕਹਿ ਲੋ, ਕੰਮ ਬੇਇੱਜ਼ਤੀ ਕਰਨੀ, ਉਹਨੇ ਆਪਣੀ ਦਵਾਈ ਅਜਵੈਣ ਚ ਮਲਾਈ, ਚਮਚਾ ਭਰ ਕੇ ਅੰਦਰ ਸੁੱਟੀ, ਫੱਕੀ ਮਾਰ ਲਈ, ਕੋਸਾ ਪਾਣੀ ਪੀ ਲਿਆ। लेकर तने आए निज सदना, बेल जवाइन खाए सो बदना। ਸਵਾਹ ਦੀ ਪੁੜੀ, ਜੋ ਬਹੁਤ ਮਹਿੰਗੀ ਦਵਾਈ ਹੈ, ਅਜਵੈਣ ਚ ਮਲਾਈ, ਚਮਚਾ ਭਰ ਕੇ ਅੰਦਰ ਸੁੱਟਿਆ, ਕੋਸਾ ਪਾਣੀ ਪੀਤਾ, ਥੋੜੀ ਦੇਰ ਬਾਅਦ ਢਿੱਡ ਹੋ ਗਿਆ ਨਰਮ, ਕਿਉਂਕਿ ਇਹ ਪ੍ਰਮਾਤਮਾ ਦੀਆਂ ਬਣਾਈਆਂ ਦਵਾਈਆਂ, ਕੁਦਰਤ ਦੀਆਂ। ਪੇਟ ਬਿਲਕੁਲ ਸਹੀ ਹੋ ਗਿਆ, ਸਾਹ ਆਇਆ, ਲਓ ਜੀ ਮੁਫਤ ਵਿੱਚ ਵੈਦ ਦੀ ਐਡਵਰਟਾਈਜ਼ਮੈਂਟ ਫ੍ਰੀ ਚ, ਨਾਲੇ ਲੁੱਟ ਗਿਆ ਉਹ। ਸੱਚੀ ਅਸੀਂ ਉਹਦੀ ਤਾਰੀਫ ਕਰਦੇ ਆ ਜਿਹੜਾ ਸਾਨੂੰ ਲੁੱਟੇ। ਆ ਵੱਡੀਆਂ ਵੱਡੀਆਂ ਕੰਪਨੀਆਂ ਕਿਸਾਨਾਂ ਨੂੰ ਲੁੱਟ ਰਹੀਆਂ ਨੇ। ਧਿਆਨ ਰੱਖਿਓ, ਜਿੱਦਣੇ ਬਿੱਲ ਕੈਂਸਲ ਹੋ ਗਏ ਜਾਂ ਕਿਸੇ ਨੇ ਚਾਲ ਖੇਡਤੀ ਨਾ, ਆਈ ਲੋਕ ਜਿਹੜੇ ਅੱਜ ਵਿਰੁੱਧ ਤੁਰੇ ਫਿਰਦੇ ਸਿਫਤਾਂ ਦੇ ਪੁਲ ਬੰਨਣਗੇ। ਦੁਨੀਆ ਕਦ ਫਿਰ ਜੇ ਦਵਾਰ ਹੈ ਕੋਈ ਪਤਾ ਨਹੀਂ। ਜਿਸ ਵੇਲੇ ਉਹਨੇ ਉਹ ਦਵਾਈ ਲਈ ਆ ਜੀ, ਪੁੜੀ ਇੱਕ ਲੈ ਲਈ, ਫਰਕ ਪੈ ਗਿਆ, ਕਹਿੰਦਾ ਦੂਜੀ ਲੈਣ ਦੀ ਲੋੜ ਨਹੀਂ, ਪਰਿਵਾਰ ਕਹਿੰਦੇ ਲੈ ਲਾ ਵੀ ਕੋਈ। ਦੂਜੀ ਪੁੜੀ ਲਈ, ਤੀਜੀ ਲਈ, ਦਰੁਸਤ ਹੋ ਗਿਆ, ਤੰਦਰੁਸਤ ਹੋ ਗਿਆ। ਉਤੇ ਇੰਨੇ ਚਾਹ ਦੇ ਵਿੱਚ ਵੀ ਮੈਂ ਸਵੇਰ ਹੁੰਦੇ ਆ ਵੈਦ ਜੀ ਨੂੰ ਇਨਾਮ ਦੇਣਾ, ਜਿੰਨਾ ਮੇਰਾ ਲਾ ਇਲਾਜ ਰੋਗ, ਐਡਾ ਵੱਡਾ ਦੁੱਖ ਪਲਾਂ ਚ ਦੂਰ ਕਰ ਦਿੱਤਾ ਏ। सूर रोग को दूर मिटाए, महिमा बैद लख वडी लख पाए। ਉਸ ਸ਼ਾਹੂਕਾਰ ਨੇ, ਨਵਾਬ ਨੇ ਸਾਰੇ ਪਿੰਡ ਵਿੱਚ ਵੈਦ ਦੀ ਬੱਲੇ ਬੱਲੇ ਕਰਾਤੀ। ਵੈਦ ਬੜਾ ਖੁਸ਼ ਹੈ ਵੀ ਆਪਣੇ ਘਰੋਂ ਜਵੈਣ ਖਾਧੀ ਹੈ। ਪਾਣੀ ਤੇਰੇ ਘਰ ਦਾ ਸੀ, ਮੇਰੇ ਘਰ ਦੀ ਤੇ ਰਾਖ ਹੀ ਸੀ, ਸਵਾਈ ਸੀ ਮੇਰੀ ਤੇ, ਪਰ ਇੱਕ ਭਰੋਸਾ ਵੱਜ ਗਿਆ ਨਾ ਵੀ ਉਹਦੀ ਦਵਾਈ ਨੇ ਮੈਨੂੰ ਠੀਕ ਕੀਤਾ, ਤੇ ਸਾਰਾ ਪਿੰਡ ਵੈਦ ਕੋਲ ਭੇਜਤਾ। ਲਾਈਨਾਂ ਲੱਗੀਆਂ। ਇਹੀ ਰੋਗ ਇੱਕ ਗਰੀਬ ਬੰਦੇ ਨੂੰ ਸੀ। ਉਹਨੇ ਸੁਣਿਆ ਵੀ ਲੈ ਪਿੰਡ ਦੇ ਸ਼ਾਹੂਕਾਰ ਦਾ ਰੋਗ ਅਸੂਲ ਠੀਕ ਕਰਤਾ, ਤੇ ਸਾਡੇ ਵੀ ਅਸੀਂ ਵੀ ਚੱਲਦੇ ਹਾਂ, ਕਿਉਂਕਿ ਪੇਟ ਦੇ ਰੋਗਾਂ ਤੋਂ ਸਾਰੇ ਰੋਗ ਸ਼ੁਰੂ ਹੁੰਦੇ ਆ। ਹੁਣ ਗਰੀਬ ਬੰਦਾ, ਰੋਟੀ ਘਰੇ ਪੱਕਦੀ ਨਹੀਂ, ਦਿਹਾੜੀ ਦੱਪੇ ਦਾ ਕੰਮ ਕਰਦਾ ਹੈ, ਉਹ ਵੀ ਵੈਦ ਕੋਲ ਆਇਆ ਵੀ ਜੇ ਵੱਡੇ ਵੱਡੇ ਲੋਕ ਠੀਕ ਹੁੰਦੇ ਤੇ ਅਸੀਂ ਨਹੀਂ ਹੋਵਾਂਗੇ। ਪਹਿਲਾਂ ਜਦੋਂ ਕੋਈ ਕਿਸੇ ਡਾਕਟਰ ਬਾਰੇ ਦੱਸਦਾ, ਪਹਿਲਾਂ ਤਾਂ ਸਟੇਟਸ ਵੇਖੋ, ਡਾਕਟਰ ਦਾ ਕੀ ਹੈ ਤੇ ਉਸ ਪੇਸ਼ੈਂਟ ਦਾ ਕੀ ਹੈ। ਜੇ ਉਹ ਲੱਖਪਤੀ ਹੈ ਤੇ ਡਾਕਟਰ ਕਰੋੜਪਤੀ ਹੈ ਨਾ, ਕੰਨ ਮਰੋੜ ਲੋ ਵੀ ਆਪਾਂ ਨਹੀਂ ਉੱਥੇ ਜਾਣਾ, ਕਿਉਂਕਿ ਜਿਹੜੀ ਉਹਦੀ ਸਟੇਬਿਲਿਟੀ ਉਹ ਸਾਡੀ ਥੋੜੀ ਹੈ। ਨਾ ਸਾਡਾ ਏਡਾ ਹਾਈ ਕਲਾਸ ਰੋਗ, ਨਾ ਏਡੀ ਮਹਿੰਗੀ ਦਵਾਈ ਅਸੀਂ ਅਫੋਰਡ ਕਰ ਸਕਦੇ ਆ, ਨਾ ਏਡੀ ਫੀਸ ਦੇ ਸਕਦੇ ਆ, ਤੇ ਬਾਅਦ ਚੋਂ ਵੀ ਤੇ ਲਾਂਭਾ ਹੀ ਦੇਣਾ, ਮੈਨੂੰ ਫਰਕ ਨਹੀਂ। ਆਪਣੇ ਮੁਤਾਬਕ ਚੱਲੋ। ਹੁਣ ਉਹ ਗਰੀਬ ਬੰਦਾ ਇੱਕ ਦੋ ਲੋਕਾਂ ਕੋਲੋਂ ਉਧਾਰ ਪੈਸੇ ਲੈ ਕੇ ਵੈਦ ਕੋਲ ਆ ਗਿਆ ਜੀ। ਕਹਿੰਦਾ ਮੈਂ ਵੈਦ ਕੋਲ ਜਾ ਕੇ ਆਪਣਾ ਦੁੱਖ ਦੱਸਾਂ, ਮੇਰੇ ਢਿੱਡ ਵਿੱਚ ਦਰਦ ਹੁੰਦਾ ਹੈ, ਮੇਰੇ ਵੀ ਸੂਲੇ ਉੱਠਦਾ ਏ। कहते परसो पुरी जो दीना, पहने रोग कीन महीना। ਇਧਰੋਂ ਸ਼ਾਹੂਕਾਰ ਵੀ ਆ ਗਿਆ, ਸਾਰਿਆਂ ਸਾਹਮਣੇ ਆ ਕੇ ਕਹਿੰਦਾ ਵੈਦ ਜੀ ਜਿਹੜੀ ਕੁੜੀ ਤੁਸੀਂ ਮੈਨੂੰ ਦਿੱਤੀ ਹੈ ਨਾ, ਵਾਹ ਕਮਾਲ ਕਰਿਸ਼ਮਾ ਸੀ, ਠੀਕ ਹੀ ਕਰਦਾ। ਅੱਜ ਮੈਂ ਭੁੱਖ ਵੀ ਲੱਗਦੀ ਹੈ, ਮੈਨੂੰ ਪਿਆਸ ਵੀ ਲੱਗਦੀ ਹੈ, ਚੰਗੀ ਨੀਂਦ ਦੇ ਸ਼ੁਕਰਾਨਾ ਕਰਦਾ ਹੈ। ਰੋਗੀ ਸਾਹਮਣੇ ਬੈਠਾ ਹੈ, ਉਹਦਾ ਹੋਰ ਭਰੋਸਾ ਵੱਜ ਗਿਆ ਵੀ ਜੇ ਏਡੇ ਏਡੇ ਮਗਰਮੱਛ ਠੀਕ ਹੋ ਸਕਦੇ, ਮੈਂ ਨਹੀਂ, ਵੀ ਜੇ ਬੰਦਾ ਠੀਕ ਹੋ ਗਿਆ ਮੈਂ ਨਹੀਂ। ਜ਼ਰੂਰੀ ਨਹੀਂ ਹੈ ਹਰ ਦਵਾਈ ਹਰ ਬੰਦੇ ਨੂੰ ਫਿੱਟ ਬੈਠੇ। ਹਰ ਬੰਦੇ ਦਾ ਆਪਣਾ ਬਲੱਡ ਗਰੁੱਪ ਹੈ, ਆਪਣਾ ਸਰੀਰ ਹੈ, ਆਪਣੀ ਸਿਚੁਏਸ਼ਨ ਹੈ, ਆਪਣੀ ਪਿੱਤ ਵਾਏ ਕਫ ਬਲਗਮ, ਆਪਣਾ ਆਪਣਾ ਸਿਸਟਮ ਹੈ। ਹਰ ਇੱਕ ਤੇ ਥੋੜਾ ਹੋ ਜਾਊਗਾ। ਡੀਜ਼ਲ ਗੱਡੀ 'ਚ ਪੈਟਰੋਲ ਪਾਉਂਗੇ ਚੱਲੂਗੀ, ਕਿਸੇ ਦੇ ਪਿੱਛੇ ਲੱਗ ਕੇ ਦਵਾਈ ਲੈਣ ਚੱਲ ਜਾਓ ਲੱਗੂਗੀ ਤੁਹਾਨੂੰ। ਹੋ ਸਕਦਾ ਉਹਨੂੰ ਫਿੱਟ ਪੈ ਗਈ, ਤੁਹਾਨੂੰ ਨਾ ਬੈਠੇ, ਕਿਸੇ ਨੂੰ ਮਾਂ ਸਵਾਦੀ ਹੈ, ਕਿਸੇ ਨੂੰ ਮਹਾਂ ਬਰਬਾਦੀ ਹੈ। ਅੱਜ ਵੈਦ ਕੋਲ ਬੈਠਾ ਉਹ ਗਰੀਬ ਹੋਰ ਭਰੋਸਾ ਕਰ ਗਿਆ ਵੀ ਜੇ ਏਡਾ ਅਮੀਰ ਬੰਦਾ ਠੀਕ ਕਰਤਾ ਤੇ ਮੈਨੂੰ ਵੀ ਰੋਗ ਉਹੀ ਹੈ। ਇਹ ਸੁਭਾਵਕ ਹੈ, ਸਾਡੀ ਆਦਤ ਹੈ। ਕੋਈ ਸਾਨੂੰ ਬਹਿ ਕੇ ਆਖੇ ਮੇਰੇ ਇੱਥੇ ਦਰਦ ਹੁੰਦਾ, ਐਵੇਂ ਹੁੰਦਾ, ਖਾਸ ਕਰਕੇ ਹਾਂ ਭੈਣੇ ਮੇਰੇ ਵੀ ਹੁੰਦਾ ਹੈ, ਮੇਰਾ ਮੋਢਾ ਦੁਖਦਾ, ਦਰਦ ਇੱਥੋਂ ਆ ਸਿਰ ਨੂੰ ਜਾਂਦਾ ਹੈ। ਵੀਰ ਕਹਿੰਦਾ ਯਾਰ ਮੇਰਾ ਵੀ ਦੁਖਦਾ ਹੈ। ਅੱਛਾ ਹੋਰ ਕੀ ਹੁੰਦਾ ਹੈ? ਸੇਮ ਇਹੀ ਪ੍ਰੋਬਲਮ ਮੈਨੂੰ ਹੈ।
ਬੰਦਾ ਹੀ ਲੱਭਦਾ ਵੀ ਉਹਦੇ ਵਿੱਚ ਜਿਹੜੇ ਰੋਗ ਨੇ ਉਹ ਮੇਰੇ ਚ ਨੇ। ਕਦੇ ਵੇਖਿਆ ਵੀ ਉਹ ਨਾਮ ਜਪਦਾ ਮੈਂ ਕਿਉਂ ਨਹੀਂ ਜਪਦਾ, ਉਹ ਸੇਵਾ ਕਰਦਾ ਮੈਂ ਕਿਉਂ ਨਹੀਂ ਕਰਦਾ, ਉਹ ਸਤਸੰਗ ਕਰਦਾ ਮੈਂ ਕਿਉਂ ਨਹੀਂ ਕਰਦਾ? ਨਹੀਂ, ਮਾੜੇ ਪਾਸੇ। ਜਿਸ ਵੇਲੇ ਵੈਦ ਦੇ ਸਾਹਮਣੇ ਉਹਨੇ ਆਪਣਾ ਰੋਗ ਦੱਸਿਆ, ਵੈਦ ਨੇ ਉਹਦੀ ਨਬਜ਼ ਫੜੀ, ਵੇਖਿਆ ਵੀ ਰੋਗ ਤੇ ਇਹਨੂੰ ਵੀ ਉਹੀ ਹੈ, ਪੇਟ ਦਾ ਰੋਗ ਹੈ। ਉਮਰ ਕਿੰਨੀ ਹੈ? ਹਿਸਾਬ ਲਾਇਆ ਵੀ ਬੰਦਾ ਇਹ ਵੀ ਅਜਵੈਣ ਵਾਲਾ ਹੀ ਆ। ਆਖੋ ਸਤਿਨਾਮ। ਹੁਣ ਸਾਰਿਆਂ ਨੂੰ ਇੱਕੋ ਹਿਸਾਬ ਥੋੜੀ ਹੋਊਗਾ। ਵੈਦ ਬੜਾ ਸਿਆਣਾ ਏ। ਉਨਗਰੰਕ ਵੈਦ ਘਰ ਮਾਹੀ, ਜੇਠ ਇੱਕ ਵਿਰਾਟ ਕਰਨਾਹੀ। ਹੁਣ ਵੈਦ ਹਮੇਸ਼ਾ ਡਾਕਟਰ ਪੇਸ਼ੈਂਟ ਨੂੰ ਇਕੱਲੇ ਬਿਠਾ ਕੇ ਗੱਲ ਕਰਦੇ ਆ, ਕਿਉਂਕਿ ਕਈ ਗੱਲਾਂ ਅੱਟੇ ਸੱਟੇ ਹੁੰਦੇ ਆ, ਕਈ ਗੱਲਾਂ ਖਰੀਆਂ ਹੁੰਦੀਆਂ। ਸਾਰੇ ਬਾਹਰ ਕਰਕੇ ਉਸ ਗਰੀਬ ਬੰਦੇ ਨੂੰ ਪੁੱਛਦਾ ਹੈ, ਕਹਿੰਦਾ ਤੈਨੂੰ ਰੋਗ ਕੀ ਹੈ? ਕਹਿੰਦਾ ਜੀ ਦੇਖੋ ਰੋਗ ਇਹ ਹੈ। ਕਹਿੰਦਾ ਪੈਸੇ ਕਿੰਨੇ ਤੇਰੇ ਕੋਲ? ਕਹਿੰਦਾ ਇੱਕ ਕੌਡੀ ਵੀ ਹੈ ਨਹੀਂ। ਡਾਕਟਰ ਨੇ ਹਿਸਾਬ ਲਾ ਲਿਆ ਵੀ ਇਹਨੂੰ ਮਹਿੰਗੀ ਦਵਾਈ ਲਿਖੇ ਦਾ ਫਾਇਦਾ ਕੋਈ ਨਹੀਂ, ਆਉਣਾ ਨਹੀਂ, ਇਹਨੇ ਪ੍ਰਚਾਰ ਕਰਨਾ ਵੀ ਲਟੇਰਾ ਹੋ, ਇਹ ਤਾਂ ਠੱਗ ਹੈ। ਬੜੇ ਧਿਆਨ ਨਾਲ ਡਾਕਟਰ ਕਹਿੰਦਾ ਜੇ ਤੇਰਾ ਰੋਗ ਸਸਤੇ 'ਚ ਠੀਕ ਕਰਦੇ ਆ, ਉਹ ਗਰੀਬ ਬੰਦਾ ਹੈ। ਕਹਿੰਦਾ ਜੀ ਮੈਂ ਤੁਹਾਡੇ ਪੈਰ ਫੜਦਾ, ਪੈਰ ਧੋਊਂਗਾ ਜੀ, ਸਾਰੀ ਜ਼ਿੰਦਗੀ ਤੁਹਾਡੀ ਤਾਰੀਫ ਕਰੂੰ, ਮੈਂ ਤੇ ਦੁਖੀ ਬੜਾ ਸੌ ਨਹੀਂ ਸਕਦਾ, ਮੇਰਾ ਰੋਗ ਹਟਾ ਦਿਓ। ਦਰ ਪੀਰ ਦਿਨ ਸਕਲ ਸੁਣਾਏ, ਮਮ ਦੁਖ ਭੰਜ ਕਰੋ ਉਪਾਏ। ਰੋ ਪਿਆ ਰੋਗੀ ਗਰੀਬ, ਕਹਿੰਦਾ ਮੇਰਾ ਦੁੱਖ ਕੱਟ ਦਿਓ ਜੀ, ਮੈਂ ਤੇ ਤੁਹਾਡੇ ਭਾਂਡੇ ਵੀ ਮਾਂਜ ਦਿਆਂਗਾ। ਉਹ ਕਹਿੰਦਾ ਕੋਈ ਗੱਲ ਨਹੀਂ, ਪਰ ਕਹਿੰਦਾ ਤੈਨੂੰ ਮੇਰੇ ਤੇ ਕਿੰਨਾ ਭਰੋਸਾ? ਕਹਿੰਦਾ ਜੀ ਬੇਹੱਦ ਭਰੋਸਾ। ਕਿਉਂ ਹੈ? ਕਿਉਂਕਿ ਤੁਸੀਂ ਸ਼ਾਹੂਕਾਰ ਠੀਕ ਕਰਤਾ। ਅੱਖਾਂ ਬੰਦ ਕਰਕੇ ਭਰੋਸਾ ਨਾ, ਵਿਸ਼ਵਾਸ ਹੈ। ਵੈਦ ਨੇ ਫੇਰ ਪੁੱਛਿਆ, ਕਹਿੰਦਾ ਯਕੀਨ ਹੈ? ਕਹਿੰਦਾ ਜੀ ਜੇ ਯਕੀਨ ਆ ਤਾਂ ਹੀ ਤੇ ਆਏ ਆ। ਇਹ ਬੜੀ ਗਹਿਰੀ ਗੱਲ ਹੈ। ਕਿੱਥੇ ਜਾ ਕੇ ਭਾਈ ਬਾਲਾ ਜੀ ਨੇ ਖੋਲਣੀ ਹੈ ਗੱਲ? ਸਿਮਰਨ ਦੀ ਚੱਲਦੀ ਹੈ, ਬੰਦਗੀ ਦੀ ਚੱਲਦੀ ਹੈ। 3-4 ਯੁੱਗਾਂ 'ਚ ਕੁਝ ਨਹੀਂ ਹੋਇਆ ਜੋ ਹੁਣ ਹੋ ਰਿਹਾ। ਜਦੋਂ ਕਹਿੰਦੇ ਸਾਰੀ ਗੱਲ ਸੁਣੀ, ਗਰੀਬ ਦਾ ਅੱਖਾਂ ਬੰਦ ਕਰਕੇ ਭਰੋਸਾ ਸੀ। ਕਹਿੰਦਾ ਰੱਖ ਲੋ ਭਾਵੇਂ ਮਾਰੋ, ਤੁਹਾਡੇ ਵਾਜੋ ਮੈਂ ਕਿਤੇ ਨਹੀਂ ਜਾਣਾ। ਸੁਨਤ ਬੈਦ ਨੇ ਰੋਗ ਪਛਾਨਾ, ਹੈ ਜਾ ਕੋ ਦੁਖ ਤਨੀ ਸਮਾਨਾ। ਫਿਰ ਹੱਸ ਕੇ ਵੈਦ ਕਹਿੰਦਾ ਤੈਨੂੰ ਵੀ ਉਹੀ ਰੋਗ ਆ ਜਿਹੜਾ ਉਸ ਧਨੀ ਸ਼ਾਹੂਕਾਰ ਨੂੰ ਸੀ। ਉਹਦਾ ਵਿਸ਼ਵਾਸ ਬਣ ਗਿਆ ਵੀ ਉਹਦਾ ਠੀਕ ਹੋ ਗਿਆ, ਆਪਣਾ ਵੀ 100% ਪੱਕਾ ਹੈ, ਕਿਉਂਕਿ ਬਿਮਾਰੀ ਉਹੀ ਨਿਕਲੀ ਹੈ। ਜੇ ਤੁਹਾਡੀ ਸ਼ੂਗਰ ਠੀਕ ਹੋ ਗਈ, ਗਵਾਂਢੀ ਕਹਿੰਦਾ ਯਾਰ ਮੇਰੀ ਵੀ ਹੋ ਜੂ, ਉਹਨੇ ਫਲਾਣੀ ਦਵਾਈ ਖਾਧੀ ਹੈ, ਐਵੇਂ ਕਿਵੇਂ? ਤੁਹਾਡੀ ਸ਼ੂਗਰ ਦਾ ਲੈਵਲ ਕੀ ਹੈ? ਤੁਹਾਡੀ ਬਿਮਾਰੀ ਦਾ ਲੈਵਲ ਕੀ ਹੈ? ਉਹਦੀ ਸ਼ੁਰੂਆਤ ਕਿੱਥੋਂ ਹੋਈ? ਕਿਹੜੇ ਆਰਗਨ ਤੋਂ ਹੋਈ? ਕਿਉਂ ਹੋਈ ਹੈ? ਉਹਦੇ ਕਾਰਨ ਕੀ ਰਹੇ ਹੋਣਗੇ? ਇਹ ਦੇਖਣਾ ਪੈਣਾ। ਪਰ ਜਦੋਂ ਉਹਨੇ ਕਹਿਤਾ ਵੀ ਧਨੀ ਠੀਕ ਹੋ ਗਿਆ, ਅਮੀਰ ਬੰਦਾ ਠੀਕ ਹੋ ਗਿਆ, ਆਹੀ ਬਿਮਾਰੀ ਸੀ, ਮੇਰੀ ਵੀ ਠੀਕ ਹੋ ਜੂ, ਵੈਦ ਨੇ ਥਾਪੜਾ ਦਿੱਤਾ, ਕਹਿੰਦਾ ਲੈ ਤੂੰ ਠੀਕ ਹੈ, ਆ ਮੇਰੇ ਕੋਲ ਇੱਕ ਪੁੜੀ ਲੈ ਜਾ, ਇਹਨੂੰ ਘਰ ਜਾ ਕੇ ਲੈ ਲਈ, ਪਰ ਇਸ ਦਵਾਈ ਨਾਲ ਤੈਨੂੰ ਪਰਹੇਜ਼ ਕਰਨ ਦੀ ਲੋੜ ਕੋਈ ਨਹੀਂ। ਉਹਨੂੰ ਪਰਹੇਜ਼ ਦੱਸ ਤੇ ਇਹਨੂੰ ਦੱਸਿਆ ਕੁਝ ਨਹੀਂ। ਕਹਿਓ ਤਾਹੀ ਅਜਵਾਇਨ ਲੀਜੇ, ਹਾਏ ਸੂਰ ਕੋ ਦੂਰ ਕਰੀਜੇ। ਵੈਦ ਕਹਿੰਦਾ ਘਰ ਜਾ ਕੇ ਨਾ ਅਜਵਾਇਣ ਲੈ ਲਈ, ਥੋੜਾ ਜਿਹਾ ਪਾਲੀ ਲੂਣ ਉਹਦੇ ਚ, ਹੱਥ ਦੀ ਹਥੇਲੀ ਉੱਤੇ ਉਹਨੂੰ ਮੜ ਲਈ। ਗਰੀਬ ਬੰਦਾ ਹੈ, ਕਹਿੰਦਾ ਠੀਕ ਹੈ ਜੀ, ਪਰ ਕਹਿੰਦੇ ਇੱਕ ਗੱਲ ਯਾਦ ਰੱਖੀ, ਮੇਰੀ ਦਵਾਈ ਤਾਂ ਕੰਮ ਕਰਦੀ ਹੈ ਜੇ ਨਾਲ ਕੋਸਾ ਪਾਣੀ ਪੀਏਗਾ। ਇੱਕ ਚੀਜ਼ ਦੱਸਤੀ ਵੱਧ ਲੂਣ, ਕੋਸਾ ਪਾਣੀ ਸੇਮ ਹੈ, ਪਰ ਉਹਨੂੰ ਕੁਝ ਖਾਸ ਦਿੱਤਾ ਸੀ ਪਾ ਕੇ ਅਮੀਰ ਬੰਦੇ, ਉਹਦਾ ਭਰੋਸਾ ਤਾਂ ਬਚਿਆ, ਇਹਨੂੰ ਦਿੱਤਾ ਨਹੀਂ। ਇਹ ਕਹਿੰਦਾ ਜੀ ਮੈਨੂੰ ਵਿਸ਼ਵਾਸ ਹੈ ਜੇ ਉਹ ਠੀਕ ਹੋ ਗਿਆ। ਕਹਿੰਦਾ ਲੈ ਠੀਕ ਹੈ, ਫਿਰ ਤੂੰ ਜਾ ਕੇ ਅਜਵਾਇਣ ਲੈ ਕੇ ਸ਼ਾਮ ਤੱਕ ਕੁਝ ਨਾ ਖਾਈ, ਖਾਣਾ ਨਹੀਂ ਕੁਛ। ਫਿਰ ਕੀ ਹੋਏਗਾ? ਕਹਿੰਦੇ ਤੇਰਾ ਸੂੜ ਦਾ ਰੋਗ ਕੱਟਿਆ ਜਾਊ, ਕੱਲੂ ਆ ਕੇ ਦਸੀਏ। ਗਰੀਬ ਬੰਦਾ ਬੜਾ ਖੁਸ਼ ਹੋਇਆ, ਵੈਦ ਨੂੰ ਮੱਥੇ ਟੇਕੇ, ਉਹਦੀ ਜੇਬ 'ਚ ਇੱਕ ਕੌਡੀ ਸੀ, ਉਹ ਕਹਿੰਦਾ ਮੈਨੂੰ ਨਹੀਂ ਚਾਹੀਦੀ। ਕਹਿੰਦਾ ਨਹੀਂ ਜਨਾਬ, ਜਵੈਣ ਤੇ ਮੇਰੇ ਘਰ ਵੀ ਪਤਾ ਹੈ, ਮੈਨੂੰ ਕੀ ਪਤਾ ਸੀ ਕਿੰਨੀ ਕੁ ਖਾਣੀ ਹੈ, ਕਿਵੇਂ ਖਾਣੀ ਹੈ, ਕਿੱਦਾਂ ਖਾਣੀ ਹੈ, ਪ੍ਰੋਸੀਜਰ ਦੱਸਦਾ ਨਾ ਡਾਕਟਰ ਨੇ, ਵੈਦ ਨੇ। ਉਹ ਕਹਿੰਦਾ ਮਾਇਆ ਰਹਿਣ ਦੇ। ਕਹਿੰਦਾ ਨਹੀਂ ਜੀ, ਜੇ ਮੈਂ ਮੁਫਤ ਦਵਾਈ ਲੈ ਕੇ ਗਿਆ ਮੈਨੂੰ ਆਰਾਮ ਨਹੀਂ ਮਿਲਣਾ, ਮੇਰਾ ਇਲਾਜ ਨਹੀਂ ਹੋਣਾ। ਪਰ ਵੈਦ ਕਿੰਨਾ ਖੁਸ਼ ਹੈ, ਉਹ ਵੇਖਦਾ ਵੀ ਇੱਕ ਬੰਦਾ ਉਹ ਹੈ ਜਿਹਨੂੰ ਇਹ ਗੱਲ ਮੈਂ ਦੱਸ ਦਿੰਦਾ, ਉਹਦੇ ਘਰ ਵੀ ਪਈ ਸੀ, ਠੀਕ ਨਹੀਂ ਸੀ ਹੋਣਾ। ਪਰ ਇੱਕ ਉਹ ਹੈ ਜਿਹਦੇ ਘਰ 'ਚ ਜਵੈਣ ਹੈ ਨਹੀਂ, ਅੰਤਾਂ ਦੀ ਗਰੀਬੀ ਹੈ, ਉਹ ਇਹਦੇ ਤੇ ਵਿਸ਼ਵਾਸ ਕਰਦਾ ਏ। ਬੋਲਿਓ ਰੰਗ ਬੰਦ ਕਰ ਦੋ, ਲਿਓ ਕਹਾਂ ਤੇ ਮੋਲ ਨ ਕੋ। ਤੇ ਗਰੀਬ ਆਦਮੀ ਕਹਿੰਦਾ ਜੀ ਮੇਰੇ ਕੋਲ ਤੇ ਅਜਵਾਇਣ ਜੋਗੇ ਪੈਸੇ ਵੀ ਹੈ ਨਹੀਂ। ਵੈਦ ਕਹਿੰਦਾ ਕੋਈ ਗੱਲ ਨਹੀਂ, ਪਰ ਮੈਂ ਤੇਰੇ ਕੋਲੋਂ ਅਜਵਾਇਣ ਦੇ ਥੋੜੇ ਪੈਸੇ ਲਵਾਂਗਾ, ਮੁਫਤ ਨਹੀਂ ਦਿਆਂਗਾ।
ਮਾਫ ਕਰਿਓ ਜੀ। ਕਿੰਨੇ ਧਾਰਮਿਕ ਸਥਾਨਾਂ ਤੇ ਮੁਫਤ ਕੈਂਪ ਲੱਗਦੇ, ਉਹ ਕਿਉਂ ਲੱਗਦੇ ਆ? ਬੰਦਾ ਫਸਾਉਣ ਲਈ ਪਰਚੀ ਹੁੰਦੀ ਹੈ, ਉੱਥੇ ਆ ਜਾਓ। ਤੇ ਸਾਡੇ ਲੋਕ ਸਭ ਤੋਂ ਵੱਧ ਉੱਥੇ ਹੁੰਦੇ ਇਕੱਠੇ। ਅੱਜ ਤੱਕ ਕੋਈ ਬੰਦਾ ਕਿਸੇ ਕੈਂਪ ਚੋਂ ਤੰਦਰੁਸਤ ਹੋ ਕੇ ਆਇਆ ਤੇ ਮੈਨੂੰ ਜ਼ਰੂਰ ਦੱਸੇ। ਕੋਈ ਠੀਕ ਹੋਇਆ ਹੋਵੇ? ਨਹੀਂ, ਉਹ ਸਿਰਫ ਐਡਵਰਟਾਈਜ਼ਮੈਂਟ। ਕੋਈ ਠੀਕ ਨਹੀਂ ਹੁੰਦਾ, ਅਗਲਿਆਂ ਦਾ ਕੰਮ ਚੱਲ ਜਾਂਦਾ, ਹੋਰ ਕੀ ਚਾਹੀਦਾ। ਉਹਨੇ ਵੈਦ ਨੇ ਉਹ ਤੋਂ ਪੈਸੇ ਲਏ, ਕਹਿੰਦਾ ਜਿੱਥੋਂ ਮਰਜ਼ੀ ਲੈ ਕੇ ਆ, ਮੈਨੂੰ ਭਾਵੇਂ ਇੱਕ ਪੈਸਾ ਦੇ ਕੇ ਜਾ, ਇੱਕ ਦਮੜਾ ਦੇ ਕੇ ਜਾ, ਕਿਉਂਕਿ ਉਹਨੇ ਸਲਾਹ ਦਿੱਤੀ ਉਹਨੂੰ। ਜੇ ਮੁਫਤ ਸਲਾਹ ਦੇਤੀ, ਮੁਫਤ ਸਲਾਹ ਕਿਸੇ ਨੂੰ ਦੇ ਕੇ ਵੇਖੋ, ਅਗਲਾ ਤੁਹਾਡੀ ਬੇਇੱਜ਼ਤੀ ਕਰਦਾ ਹੈ। ਬਿਨਾਂ ਮੰਗਿਆ ਸਲਾਹ ਦੇ ਕੇ ਦੇਖ ਲਓ, ਬਿਨਾਂ ਮੰਗੇ ਕਿਸੇ ਨੂੰ ਗਿਆਨ ਦੇ ਕੇ ਦੇਖ ਲਓ, ਕੋਈ ਕਦਰ ਹੈ? ਮੁਫਤ ਦੀ ਤੇ ਦਵਾਈ ਵੀ ਕੰਮ ਨਹੀਂ ਕਰਦੀ। ਇੱਥੋਂ ਇਹ ਖਾਣ ਚੱਲਿਆ ਵੀ ਦਵਾਈ ਮੁਫਤ ਕੰਮ ਨਹੀਂ ਕਰਦੀ, ਉਹਨੇ ਪੈਸੇ ਲੈ ਲਏ, ਇੱਕ ਕੌਡੀ ਕਢਾ ਲਈ ਉਹ ਤੋਂ, ਜਵੈਣ ਆਪਣੇ ਕੋਲੋਂ ਦੇ ਦਿੱਤੀ ਐ। ਦੇਹੋ ਪਾਸ ਤੇ ਜੀ ਕਰ ਕਰਨ, ਐਵ ਤਬ ਰੋਗ ਉਦਰ ਕੋ ਹਰਨ। ਵੈਦ ਜੀ ਕਹਿੰਦੇ ਚੰਗਾ, ਫਿਰ ਜੇ ਤੈਨੂੰ ਜਵੈਣ ਚਾਹੀਦੀ ਹੈ, ਫਿਰ ਉਹਨੇ ਪਾਣੀ ਵੀ ਮੰਗਾ ਲਿਆ, ਇੱਥੇ ਲੈ ਲਾ। ਠੀਕ ਹੈ ਨਾ, ਵਿਸ਼ਵਾਸ ਹੈ। ਇੱਕ ਦਾ ਭਰੋਸਾ ਘਰ ਜਾ ਕੇ ਵੱਜਿਆ, ਉਹਨੇ ਬੜਾ ਕੁਝ ਪਰਖਿਆ ਕਿ ਮੈਨੂੰ ਕੀ ਕੀ ਪੁੱਛਦਾ ਹੈ, ਕੀ ਕੀ ਦੱਸਦਾ ਹੈ, ਕਿਹੜੀ ਕਿਹੜੀ ਚੀਜ਼ ਤੋਂ ਪਰਹੇਜ਼ ਲਿਖਾਉਂਦਾ ਹੈ। ਸਤਯੁਗ ਦੁਆਪਰ ਤੇ ਤ੍ਰੇਤੇ ਦੀ ਇਹ ਕਥਾ ਹੈ ਜੋ ਇੱਕ ਵੈਦ ਦੀ ਦ੍ਰਿਸ਼ਟਾਂਤ ਦੇ ਕੇ ਦੱਸੀ ਜਾ ਰਹੀ ਹੈ। ਜਦੋਂ ਉਸ ਗਰੀਬ ਨੇ ਵੈਦ ਕੋਲ ਬੈਠਿਆਂ ਜਵਾਇਣ ਲੈ ਲਈ, ਕੋਸਾ ਪਾਣੀ ਪੀ ਲਿਆ। ਸੋਹਣੀ ਰੰਗਤ ਬੈਦ ਕਿਰਪਾਲਾ, ਟਿਕਤੇ ਦੀਨ ਮੋਲ ਤੇ ਕੱਲ। ਵੈਦ ਦੇ ਕੋਲੋਂ ਲੈ ਕੇ ਦਵਾਈ ਲੈ ਕੇ ਅਜਵਾਇਣ, ਕਹਿੰਦੇ ਉਹ ਮਨੁੱਖ ਬੜਾ ਚੰਗਾ ਮਹਿਸੂਸ ਕਰਦਾ ਹੈ ਆਪਣੇ ਘਰ ਨੂੰ ਆ ਕੇ। ਜਦੋਂ ਘਰ ਨੂੰ ਪਹੁੰਚਿਆ, ਪੇਟ ਹਲਕਾ, ਸਰੀਰ ਹਲਕਾ। ਦਵਾਈ ਉਹੀ, ਧਨੀ ਨੂੰ ਵੀ ਉਹੀ ਦਿੱਤੀ, ਅਮੀਰ ਬੰਦੇ ਨੂੰ ਤੇ ਗਰੀਬ ਨੂੰ ਵੀ। ਪਰ ਦਵਾਈ ਦੇਣ ਵਿੱਚ, ਦੱਸਣ ਵਿੱਚ, ਸਮਝਾਉਣ ਵਿੱਚ, ਵਿਸ਼ਵਾਸ ਕਰਾਉਣ ਵਿੱਚ ਦੋਨਾਂ ਦਾ ਫਰਕ ਬੜਾ ਏ। ਨਕੀਨੀ ਖਾਨ ਜੋਇਨ, ਸਰਬ ਸੁਰ ਤੇ ਉਦਰ ਪਲਾਇਨ। ਘਰੇ ਆਇਆ, ਜਵੈਣ ਖਾਧੀ, ਰੋਗ ਠੀਕ ਹੋ ਗਿਆ। ਪਰ ਵੈਦ ਇੱਕ ਗੱਲ ਸਿਖਾ ਗਿਆ ਸੀ ਵੀ ਜਿਹੜਾ ਨੁਸਖਾ ਤੈਨੂੰ ਦੱਸਿਆ ਕਿਸੇ ਹੋਰ ਨੂੰ ਨਾ ਦਸੀ। ਲੋੜ ਤੇ ਹੈ ਵੈਦ ਕੋਲ ਆਉਣ ਦੀ, ਦੁਬਾਰਾ ਫਿਰ ਕਦੇ ਪੈਣੀ। ਕਹਿੰਦਾ ਠੀਕ ਹੈ ਜੀ। ਉਧਰ ਅਮੀਰ ਬੰਦਾ ਸਿਫਤਾਂ ਕਰਦਾ ਵੀ ਇਸ ਵੈਦ ਵਰਗਾ ਵੈਦ ਕੋਈ ਨਹੀਂ, ਵੈਦ ਵਰਗਾ ਕੋਈ ਵੈਦ ਨਹੀਂ। ਇੱਧਰ ਗਰੀਬ ਸਿਫਤਾਂ ਕਰਦਾ ਫਿਰਦਾ ਹੈ, ਕਹਿੰਦਾ ਬਈ ਇੱਕ ਪੁੜੀ ਦਿੱਤੀ ਉਹਨੇ ਆਪਣੇ ਕੋਲ, ਪਲਾਂ ਵਿੱਚ ਮੈਨੂੰ ਉਹਦੀ ਸਲਾਹ ਨੇ, ਉਹਦੀ ਦਵਾਈ ਨੇ ਤੰਦਰੁਸਤ ਬਣਾਇਆ ਏ। ਤੈਸੀ ਰੀਤ ਦੇਖ ਗੁਰੂ ਪੂਰੇ, ਦਿਏ ਉਪਦੇਸ਼ ਸ਼ਕਤ ਲਖ ਪੂਰੇ। ਫਿਰ ਭਾਈ ਬਾਲਾ ਜੀ ਕਹਿੰਦੇ ਪੂਰਾ ਸਤਿਗੁਰੂ ਵੈਦ ਵਰਗਾ ਏ। ਮੇਰਾ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਅਵਖਦ ਮੁਖ ਦੇਵੈ, ਕਾਟੈ ਜਮ ਕੀ ਫੰਦਾ। ਗੁਰੂ ਗੋਬਿੰਦ ਪਰਮਾਤਮਾ ਸਤਿਗੁਰ ਸੱਜਣ ਮੇਰਾ ਵੈਦ ਹੈ, ਅਵਖਦ ਨਾਮ ਦਵਾਈ ਹੈ। ਉਹਨੇ ਨਾਮ ਦੀ ਦਵਾਈ ਦਿੱਤੀ। ਅਜਵੈਣ ਦਵਾਈ ਦੇਣ ਵਿੱਚ ਫਰਕ ਹੈ। ਦਵਾਈ ਕਿਹਨੂੰ ਕਿਵੇਂ ਦਿੱਤੀ? ਗਰੀਬ ਨੇ ਵੀ ਅਜਵੈਣ ਖਾਧੀ, ਅਮੀਰ ਨੇ ਵੀ ਰੋਗ ਸੇਵ ਸੀ, ਠੀਕ ਹੋ ਗਏ। ਪਰ ਉਹ ਵੈਦ ਦੀ ਸਿਆਣਪ ਸੀ ਵੀ ਕਿਹਨੂੰ ਕਿੱਦਾਂ ਪਚੂਗੀ, ਕਿਹਦਾ ਭਰੋਸਾ ਕਿਵੇਂ ਹੋਊਗਾ। ਦਿੱਤੀ ਉਹਨੇ ਜਵੈਣ ਹੀ ਹੈ, ਗਰੀਬ ਨੂੰ ਸਿੱਧੇ ਤੌਰ ਤੇ ਭਰੋਸੇ 'ਚ ਲੈ ਕੇ ਦਿੱਤੀ ਤੇ ਅਮੀਰ ਤੋਂ ਪੈਸੇ ਕਢਾ ਕੇ ਦਿੱਤੀ, ਘੁਮਾ ਫਰਾ ਕੇ। ਕਹਿੰਦੇ ਗੁਰੂ ਵੈਦ ਵਰਗਾ ਏ, ਨਾਮ ਸਭ ਲਈ ਇੱਕ ਬਰਾਬਰ ਹੈ। ਪਰਮਾਤਮਾ ਅੰਦਰ ਦਾ ਭਾਂਡਾ ਵੇਖ ਕੇ ਉਹਨੂੰ ਦਾਤ ਦਿੰਦਾ ਏ, ਕਿੰਨਾ ਕੁ ਖਾਲੀ ਹੈ, ਕਿੰਨੀ ਕੁ ਹਉਮੈ ਹੈ, ਕਿੰਨਾ ਕੁ ਚੱਲਣ ਜੋਗਾ। ਆਖੋ ਸਤਨਾਮ। ਕਿਸੇ ਤੇ ਕਿਰਪਾ ਘੜੀ 'ਚ ਹੋ ਜਾਂਦੀ, ਕਿਸੇ ਦੇ ਪਲ ਤੇ ਹੋ ਜਾਂਦੀ। ਕੋਈ ਸਾਲਾਂ ਬੱਧੀ ਜੁੜਿਆ ਰਹਿੰਦਾ ਏ, ਕਿਰਪਾ ਦਾ ਪਾਤਰ ਹੁੰਦਾ ਨਹੀਂ। ਸਤਯੁਗ ਨਿਰਮਲ ਮਤ ਸਭ ਕੀਰੀ, ਲੱਖ ਬਰਸ ਕੀ ਆਯੁ ਕਨੇਰੀ। ਹੁਣ ਸਤਯੁਗ ਦੇ ਲੋਕਾਂ ਦੀ ਕਹਿੰਦੇ ਮਤ ਬੜੀ ਨਿਰਮਲ ਸੀ, ਮੈਲ ਘੱਟ ਸੀ, ਠੱਗੀ ਠੋਰੀ ਘੱਟ ਸੀ। ਪਰ ਕਿਹਦੀ ਉਮਰ ਵਿਧਾਨ ਦੇ ਮੁਤਾਬਕ 1 ਲੱਖ ਸਾਲ ਦੀ ਸੀ। ਲੰਬੀਆਂ ਉਮਰਾਂ ਉਹੀ ਕਾਪੀ ਕਰਦੇ ਰਹੇ ਯੋਗੀ ਸਿੱਧ। ਯੋਗ ਮਤ ਨਾਲ ਉਹਨਾਂ ਉਮਰਾਂ ਵਧਾਈਆਂ, ਲੰਬੀਆਂ ਕੀਤੀਆਂ, ਸਵਾਸ ਚੜਾ ਕੇ ਕਈ ਸਾਲ ਕੱਟ ਜਾਂਦੇ ਸੀ। ਹੁਣ ਸਤਯੁਗ ਦੇ ਵਿੱਚ ਉਮਰਾਂ ਲੰਬੀਆਂ, ਕੱਦ ਉੱਚੇ, ਕੱਦ ਘਾਟ ਉੱਚੇ, ਮਨ ਸਭ ਦੇ ਸਾਫ਼ ਨੇ, ਅੰਦਰ ਕੋਈ ਮੈਲ ਨਹੀਂ। ਸਿਮਰਨ ਕਰਤਿਓ ਬੀਤ ਹੈ ਕੈਸੇ, ਨਾਮ ਸੰਗ ਦਿਆ ਜੋਗ ਸੁਤੈਸੇ। ਕਹਿੰਦੇ ਉਹਨਾਂ ਲੋਕਾਂ ਤੋਂ ਕੱਲਾ ਸਿਮਰਨ ਨਹੀਂ ਸੀ ਹੁੰਦਾ, ਲੰਬੀ ਉਮਰ ਕਰਕੇ
ਕਿੰਨੀ ਦੇਰ ਕਰਨਗੇ ਸਿਮਰਨ? ਫਿਰ ਖਿਆਲ ਇੱਧਰ ਉੱਧਰ ਦੇ, ਕਿਉਂਕਿ ਮਤ ਨਿਰਮਲ ਹੈ, ਨਿਰਮਲ ਮਤ। ਠੱਗੀ ਠੋਰੀ ਚਲਾਕੀ ਸਿਆਣਪ ਨਹੀਂ ਸੀ। ਕਹਿੰਦੇ ਫੇਰ ਧਾਰਮਿਕ ਲੋਕਾਂ ਨੇ ਯੋਗ ਸਿਖਾਤਾ ਵੀ ਨਾਮ ਦੇ ਨਾਲ ਯੋਗ ਕਰਿਆ ਕਰੋ, ਭਾਵ ਯੋਗ ਚ ਬਿਜੀ ਰਹਿਣਗੇ। ਆਖੋ ਸਤਨਾਮ। ਉਹ ਲੱਗੇ ਰਹਿਣਗੇ ਵੀ ਯੋਗ ਕਰਾਂਗੇ ਤਾਂ ਰੱਬ ਮਿਲੂ, ਯੋਗ ਕਰਾਂਗੇ ਪਰਮਾਤਮਾ ਮਿਲੂ। ਕੋਈ ਪਹਾੜਾਂ ਨੂੰ ਤੁਰ ਪਿਆ, ਕੋਈ ਕਿਸੇ ਪਾਸੇ। ਲੰਬੀਆਂ ਉਮਰਾਂ ਨੇ ਜੀ, ਜੇ ਯੋਗ ਨਹੀਂ ਹੋਊਗਾ ਨਾਮ ਵੀ ਜਪਣਗੇ, ਛੇਤੀ ਮੁਕਤ ਵੀ ਹੋ ਜਾਣਗੇ। ਤੇ ਕੋਈ ਕੁਛ ਕਰੂ, ਕੋਈ ਕੁਛ ਕਰੂ, ਲੜਾਈਆਂ ਝਗੜੇ ਵੀ ਹੋ ਜਾਣਗੇ। ਪਰ ਉਹਨਾਂ ਨੇ ਯੋਗ ਮਤ ਦੇ ਦਿੱਤਾ ਉਸ ਵੇਲੇ। ਸਤਯੁਗ ਦੇ ਲੋਕ ਯੋਗ ਵੱਧ ਕਰਨ ਲੱਗੇ, ਨਾਮ ਘੱਟ ਕਰਤਾ। ਇਹ ਇੱਕ ਭਰਮ ਪਾਏ ਗਏ ਸੀ ਧਰਮ ਦੇ ਵਿੱਚ ਵੀ ਦੁਨੀਆ ਨੂੰ ਬੈਲੈਂਸ ਕਿਵੇਂ ਰੱਖਣਾ ਹੈ। ਅਜੋਕੇ ਸਮੇਂ 'ਚ ਅੱਜ ਨਵੀਂ ਟੈਕਨੀਕ ਹੁੰਦੀ ਹੈ, ਜ਼ਮਾਨਾ ਕਿਵੇਂ ਬੈਲੈਂਸ ਕਰਨਾ ਹੈ। ਕਾਰਪੋਰੇਟ ਘਰਾਣਿਆਂ ਨੂੰ ਕਿਵੇਂ ਸਾਰਾ ਕੁਝ ਦੇ ਕੇ ਸਰਕਾਰਾਂ ਕਠਪੁਤਲੀਆਂ ਬਣ ਕੇ ਅੱਜ ਸਾਨੂੰ ਆ ਇੱਕ ਮੋਬਾਈਲ ਹੱਥ 'ਚ ਦਿੱਤਾ ਹੈ। ਕੀ ਹੈ? ਕਰ ਲੋ, ਦੁਨੀਆ ਮੁੱਠੀ 'ਚ ਕਰ ਲਈ ਅਗਲਿਆਂ। ਇੱਕ ਪਲ ਵੀ ਤੁਸੀਂ ਕਿਤੇ ਜਾਂਦੇ ਹੋ ਤੇ ਸਰਕਾਰਾਂ ਨੂੰ ਸਭ ਪਤਾ ਹੈ ਕੌਣ ਕਿੱਥੇ ਕੀ ਕਰਦਾ ਹੈ। ਤੁਸੀਂ ਬਾਹਰ, ਤੁਸੀਂ ਆਪਣੇ ਇੰਟਰਨੈਟ ਤੇ ਕਿਸੇ ਚੀਜ਼ ਦੀ ਸਰਚ ਮਾਰ ਲਓ। ਸਪੋਜ਼ ਕਰੋ ਤੁਸੀਂ ਜੁੱਤੀਆਂ ਦੀ ਸਰਚ ਕੀਤੀ ਗੂਗਲ ਤੇ, ਫੇਸਬੁੱਕ ਖੋਲੋ ਉੱਥੇ ਜੁੱਤੀਆਂ ਦੀ ਐਡ, ਇੰਸਟਾ ਤੇ ਜਾਓ ਉੱਥੇ। ਇਹ ਕੀ ਹੈ? ਭਾਵ ਤੁਸੀਂ ਉਹਨਾਂ ਦੇ ਦਾਇਰੇ ਥੱਲੇ ਆ ਗਏ। ਪੁਰਾਣੇ ਸਮੇਂ ਵਿੱਚ ਲੋਕ ਰਾਜੇ ਆਪ ਯੋਗ ਕਮਾਉਂਦੇ ਸੀ। ਕਹਿੰਦੇ ਉਹਨਾਂ ਰਾਜਿਆਂ ਤੋਂ ਵੱਧ ਯੋਗ ਆਮ ਲੋਕਾਂ 'ਚ ਆਇਆ। ਹੁਣ ਲੋਕ ਯੋਗ ਸਾਧਨਾ ਕਰਦੇ ਨੇ, ਪਰ ਯੋਗ ਔਖਾ ਬੜਾ ਸੀ। ਜਿਵੇਂ ਆਪ ਜੀ ਨੇ ਪਿਛਲੀ ਕਥਾ 'ਚ ਸੁਣਿਆ, ਇੱਕ ਹੈ ਭਗਤ ਯੋਗ, ਇੱਕ ਹੈ ਕਸ਼ਟ ਯੋਗ। ਕਸ਼ਟ ਯੋਗ ਯੋਗੀਆਂ ਦਾ ਸੀ, ਭਗਤ ਯੋਗ ਗੁਰੂ ਨਾਨਕ ਦੇ ਘਰ ਦਾ ਹੈ, ਜਿੱਥੇ ਸਿਰਫ ਭਗਤੀ ਤੇ ਸਿਮਰਨ ਹੈ, ਜਿੱਥੇ ਕੇਵਲ ਬੰਦਗੀ ਹੈ। ਪ੍ਰਾਨਾ ਜਮ ਨਾਮ ਸਿਮਰ ਕੇ, ਗੋ ਅਨੇਕ ਜਗ ਸਾਗਰ ਤਰ ਕੇ। ਕਹਿੰਦੇ ਪ੍ਰਾਣਾਯਾਮ ਲੋਕਾਂ ਨੇ ਕਰਨਾ ਸ਼ੁਰੂ ਕੀਤਾ, ਬੜਾ ਔਖਾ ਸੀ, ਬੜਾ ਕਠਿਨ ਸੀ। ਨਾਲ ਨਾਲ ਨਾਮ ਜਪਦੇ ਰਹੇ। ਕਹਿੰਦੇ ਤਾਰਿਆ ਨਾਮ ਨਹੀਂ ਹੈ। ਭੁਲੇਖਾ ਹੋ ਗਿਆ ਵੀ ਪ੍ਰਾਣਾਯਾਮ ਤਾਰ ਗਿਆ। ਆਖੋ ਸਤਨਾਮ। ਭਰੋਸਾ। ਜਿਵੇਂ ਉਸ ਅਮੀਰ ਬੰਦੇ ਦਾ ਦਰਦ ਦੂਰ ਤੇ ਜਵੈਣ ਨੇ ਕੀਤਾ ਸੀ, ਪਰ ਉਹਨੂੰ ਵੈਦ ਦੀ ਪੁੜੀ ਤੇ ਸਵਾਹ ਤੇ ਭਰੋਸਾ ਸੀ ਵੀ ਜਿਹੜੀ ਮੈਡੀਸਨ ਉਹਨੇ ਦਿੱਤੀ ਉਹਨੇ ਠੀਕ ਕੀਤਾ। ਭਰੋਸਾ ਕਾਹਦੇ ਤੇ ਸੀ? ਇੱਥੇ ਦਵਾਈ ਜਿਹੜੀ ਹੈ ਨਾਮ ਦੀ, ਸਤਿਯੁਗ ਦੇ ਵਿੱਚ ਸਵਾਹ ਦੀ ਪੁੜੀ ਕਹਿੰਦੇ ਪ੍ਰਾਣਾਯਾਮ ਯੋਗ ਦਿੱਤਾ। ਜਿਸ ਭਲੇਖੇ ਲੋਕ ਪਾਰ ਹੋ ਗਏ। ਕੋਈ ਲੜਿਆ ਨਹੀਂ, ਝਗੜਾ ਨਹੀਂ ਕੀਤਾ, ਫਸਾਦ ਨਹੀਂ ਕੀਤਾ, ਮੁਕਤੀ ਵਾਸਤੇ ਭੱਜੇ ਨਹੀਂ। ਉਹ ਯੋਗ ਕਮਾਉਂਦੇ ਰਹੇ, ਠਹਿਰਾਵ 'ਚ ਬੈਠੇ ਰਹੇ। ਕਹਿੰਦੇ ਵਾਰੀ ਸਿਰ ਸਭ ਫਿਰ ਮੁਕਤ ਹੁੰਦੇ ਗਏ। ਹੋਰੋ ਤ੍ਰੀਤਾ ਜੁਗ ਜਬਿਆਵਾ, 10,000 ਕੀ ਆਏ ਰਹਾਵਾ। ਫਿਰ ਵਿਚਾਰਾਂ ਦੇ ਤਲ ਤੇ ਤ੍ਰੇਤਾ ਯੁਗ ਸ਼ੁਰੂ ਹੋਇਆ। ਕਹਿੰਦੇ ਲੋਕਾਂ ਦੀ ਉਮਰ ਲੱਖ ਸਾਲ ਤੋਂ ਘਟ ਕੇ 10,000 ਸਾਲ ਤੇ ਹੋ ਗਈ। ਪਰ ਹੁਣ ਇੱਥੇ ਲੋਕਾਂ ਵਿੱਚ ਯੋਗ ਦਾ ਧਿਆਨ ਘਟ ਗਿਆ। ਯੁੱਗ ਬਦਲਿਆ, ਵਿਚਾਰ ਬਦਲ ਗਏ, ਖਿਆਲਾਤ ਬਦਲ ਗਏ। ਲੋਕਾਂ ਦਾ ਰਹਿਣ ਸਹਿਣ, ਉੱਠਣ ਬਹਿਣ ਸਭ ਕੁਝ ਤਬਦੀਲ ਹੋ ਗਿਆ। ਤੋ ਨਰਨ ਟਿਕ ਤਰਬ ਪਾਰਾ, ਤਿਨ ਪਿਖਿਆ ਸੀ ਉਪਦੇਸ਼ ਉਚਾਰਾ। ਯੋਗੀਆਂ ਸਾਧੂਆਂ ਫਕੀਰਾਂ ਨੇ ਵੇਖਿਆ ਵੀ ਲੋਕਾਂ ਕੋਲ ਤੇ ਪੈਸਾ ਹੀ ਬੜਾ ਆ ਗਿਆ। ਤ੍ਰੇਤਾ ਯੁੱਗ ਯੁੱਗਾਂ ਦੇ ਵਿੱਚੋਂ ਸਭ ਤੋਂ ਅਮੀਰ ਯੁੱਗ ਸੀ। ਲੋਕਾਂ ਦੇ ਘਰ ਪੈਸੇ ਨਾਲ ਭਰੇ ਸੀ, ਸੋਨੇ ਚਾਂਦੀ ਨਾਲ। ਹੁਣ ਮਾਇਆ ਲੜਾਈ ਦਾ ਕਾਰਨ ਹੈ, ਲੜਾਈ ਦਾ। ਨਾਮ ਜਪਦੇ ਸੀ ਲੋਕ ਉਦੋਂ ਵੀ, ਪਰ ਨਾਮ ਜਪਦਿਆਂ ਹਉਮੈ ਖੜੀ ਸੀ। ਮੇਰੀ ਬੰਦਗੀ ਵੱਡੀ, ਮੇਰਾ ਤਪ ਵੱਡਾ, ਮੇਰਾ ਪ੍ਰਾਣਾਯਾਮ ਵੱਡਾ, ਮੇਰੇ ਤੋਂ ਵੱਡਾ ਸਿਆਣਾ ਕੋਈ ਨਹੀਂ, ਮੈਨੂੰ ਰੱਬ ਛੇਤੀ ਮਿਲੂ। ਇਹਦੇ ਹੰਕਾਰ ਪਿੱਛੇ ਖੜੇ। ਫਿਰ ਯੋਗੀਆਂ ਸਾਧੂਆਂ ਨੇ ਵਿਚਾਰ ਕੀਤਾ ਵੀ ਇਹਨਾਂ ਲੋਕਾਂ ਨੂੰ ਕਿਸੇ ਕੰਮੀ ਲਾਈਏ। ਇਹਨਾਂ ਕੋਲ ਪੈਸਾ ਬੜਾ, ਮਾਇਆ ਦੇ ਸਿਰ ਤੇ ਪਾਪ ਕਰਨਗੇ। ਇਹਨਾਂ ਰੱਬ ਰੱਬ ਨਹੀਂ ਕਰਨਾ, ਪਰਮੇਸ਼ਰ ਨੂੰ ਧਿਆਉਣਾ ਨਹੀਂ। ਸਿਮਰਨ ਨਾਮ ਜੋਗ ਕੀ ਕਰਨਾ, ਜਹੀ ਧਰਮ ਪਵ ਬੰਧਨ ਹਰਨਾ। ਫਿਰ ਉਹਨਾਂ ਨੇ ਕਿਹਾ ਵੀ ਸਿਮਰਨ ਦੇ ਨਾਲ ਨਾਲ ਤੁਸੀਂ ਜਿਹੜਾ ਯੋਗ ਕਰਦੇ ਹੋ ਇਹਨੂੰ ਭਾਵੇਂ ਘੱਟ ਕਰਦੇ ਹੋ। ਫਿਰ ਹੁਣ ਤੁਸੀਂ ਇੱਕ ਨਵੀਂ ਰਵਾਇਤ ਸ਼ੁਰੂ ਕਰ ਰਹੇ ਹੋ ਕਿ ਯੱਗ। ਯੱਗ ਹਵਨ ਸੌਖਾ ਹੁੰਦਾ ਹੈ, ਲੱਖਾਂ ਰੁਪਏ ਦਾ ਖਰਚਾ। ਕੋਈ ਅਸਮੇਧ ਜੱਗ, ਗਊ ਮੇਧ ਜੱਗ ਰਾਜੇ ਕਰਦੇ ਸੀ। ਕਹਿੰਦੇ ਇਹਨਾਂ ਕੋਲ ਪੈਸਾ ਬੜਾ ਹੈ, ਇਹ ਯੱਗ ਦੇ ਵਿੱਚ ਆਪਣਾ ਪੈਸਾ ਲਾਉਂਦੇ ਰਹਿਣਗੇ, ਬਹਾਨੇ ਨਾਲ ਨਾਮ ਜਪੀ ਜਾਣਗੇ। ਨਾ ਕੋਈ ਲੜਾਈ, ਨਾ ਕੋਈ ਝਗੜਾ, ਬਹਾਨੇ ਨਾਲ ਤਰ ਜਾਣਗੇ। ਆਖੋ ਸਤਨਾਮ। ਜਿਵੇਂ ਉਸ ਵੈਦ ਨੇ ਆਪਣੀ ਅਜਵਾਇਣ ਦਵਾਈ ਗਰੀਬ ਨੂੰ ਸਿੱਧੇ ਤੌਰ ਤੇ ਦੇਤੀ ਤੇ ਅਮੀਰ ਨੂੰ ਵੜ ਵਿੰਗ ਪਾ ਕੇ ਦੇਤੀ, ਸਵਾਹ ਦੀ ਮੁੱਠੀ ਦੇਤੀ। ਤੇ ਫਿਰ ਅੱਜ ਵੀ ਅਖਾਣ ਨੇ ਕਹਿੰਦੇ ਜੀ ਜੇ ਵੇਖੋ ਰਾਮ ਆਉਣਾ ਨਾ ਜੀ,
ਸਵਾਦ ਹੀ ਚੁਟਕੀ ਨਾਲ ਆ ਜਾਣਾ ਨਾ ਆ ਲੱਖਾਂ ਦੀ ਦਵਾਈ ਨਾਲ ਨਹੀਂ ਆਉਣਾ ਇੱਥੋਂ ਚੱਲਿਆ ਖਾਣ ਹੁਣ ਇੱਥੇ ਕਹਿੰਦੇ ਤ੍ਰੇਤੇ ਵਿੱਚ ਮਾਇਆ ਜ਼ਿਆਦੇ ਸੀ ਲੋਕਾਂ ਨੂੰ ਯੱਗ ਵਾਲੇ ਪਾਸੇ ਲਾਤਾ ਯੱਗ ਕਿਹੜਾ ਮਾਰੇ ਸੀ ਪਰ ਯੱਗ ਕਰਨ ਵਾਸਤੇ ਲੱਖਾਂ ਰੁਪਈਆ ਚਾਹੀਦਾ ਸੀ ਦੇਸੀ ਘਿਓ ਚਾਹੀਦਾ ਸੀ ਹਵਨ ਸਮਗਰੀ ਚਾਹੀਦੀ ਸੀ ਧਾਰਮਿਕ ਲੋਕ ਚਾਹੀਦੇ ਸਨ ਫਿਰ ਰੌਲਾ ਸੀ ਜੱਗ ਸੰਪੂਰਨ ਹੋਣਾ ਕਿ ਨਹੀਂ ਹੋਣਾ ਕਿਉਂ ਕੀਤਾ ਐਡ ਲੋਕਾਂ ਕੋਲ 10,000 ਸਾਲ ਦੀ ਉਮਰ ਹੈ ਪੈਸਾ ਬਹੁਤ ਹੈ ਤੇ ਮਾਇਆ ਪਿੱਛੇ ਡਾਂਗੋ ਡਾਂਗੀ ਹੋਣਗੇ ਇਹ ਨਾਮ ਜਪਣ ਪਿੱਛੇ ਲੜਿਆ ਕਰਨਗੇ ਵੀ ਮੈਂ ਜਪਣਾ ਤੂੰ ਗਾਉਣਾ ਜਪਾਉਣ ਵਾਲਾ ਕਹਿੰਦੇ ਜਦੋਂ ਯੱਗ ਵਾਲੇ ਪਾਸੇ ਲੱਗ ਕੇ ਯੱਗ ਦੇ ਬਹਾਨੇ ਓਮ ਓਮ ਰਾਮ ਰਾਮ ਜਪਦੇ ਰਹੇ ਕਹਿੰਦੇ ਵਿੱਚ ਕਈ ਮੁਕਤ ਹੋ ਗਏ ਕਈ ਹੰਕਾਰ ਚ ਰਹਿ ਗਏ ਆਖੋ ਸਤਨਾਮ ਬੜੇ ਸੋਹਣੇ ਦਸਤਾਨ ਭਾਈ ਬਾਲਾ ਜੀ ਗੁਰੂ ਅੰਗਦ ਦੇ ਪਾਤਸ਼ਾਹ ਦੇ ਦਰਬਾਰ ਤੇ ਦੇ ਰਹੇ ਆ ਸਮਾਂ ਬਿਲਕੁਲ ਸਮਾਪਤ ਹੈ ਜਿਵੇਂ ਜਿਵੇਂ ਸਤਿਗੁਰ ਕਿਰਪਾ ਕਰਨਗੇ ਕੱਲ ਦੇ ਦੀਵਾਨਾਂ ਚ ਆਨੰਦ ਮਾਣਾਂਗੇ